अपना जो पिछला टाइम सीगा तुसीं किहड़े विकास के काम अजिहे कीते जिहड़ा उस तो प्रेरित होके नवें वार्ड दे विच जो वसनीक ने तुहानूं वोट पाउण ते तुहानूं जिताण? कांग्रेस दे पिछली टर्म दे नुमाइंदे सीगे, इस बार उन्हां नाल तुहाडा मुकाबला है, किवें लगदा है? क्योंकि उन्हां दा दावा है कि उस वार्ड दे विच तां सारे काम उन्हां ने विकास दे करवा दित्ते है, तां तुसीं किन्हां मुद्दिआं नूं लैके उस वार्ड विच जाओगे? एक तुसीं एलीगेशन लगा रहे हो कि जो उस वार्ड दे MC सीगे लास्ट टर्म दे विच विद्यासागर जी, उन्होंने आवाज़ नहीं उठाई, वो कराना नहीं चाहते सी काम। कि तुहानूं लगदा है कि पिछली टर्म दे विच जिहड़े MC सीगे उन्होंने जाके मीटिंगां ही नहीं कीतियां, कौंसल दे हाउस दे विच जाके मुद्दे ही नहीं चुके? तुहानूं लगदा है फिर ਸਾਡੇ ਇਸ ਨਗਰ ਕੌਂਸਲ ਦੇ ਵਿੱਚ ਇਸ ਟਰਮ ਦੇ ਵਿੱਚ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕਪੁਰੀ ਸੀਗੇ, ਉਹਨਾਂ ਨੇ 1 ਮਹੀਨੇ ਦੀ 10 ਮੀਟਿੰਗਾਂ ਦਾ ਕਿਹਾ, ਇੱਕ ਕਿਹਾ 4-4 5-5 ਮਹੀਨੇ ਮੀਟਿੰਗ ਨਹੀਂ ਕੀਤੀ। ਕਾਂਗਰਸ ਤਾਂ ਕਹਿ ਰਹੀ ਹੈ ਕਿ ਉਹਨਾਂ ਨੇ ਮੀਟਿੰਗਾਂ ਦੀ ਕਾਲ ਕੀਤੀ ਆ, ਪਰ ਜੋ ਭਾਜਪਾ ਦੇ ਕੌਂਸਲਰ ਸੀਗੇ ਉਹ ਹਮੇਸ਼ਾ ਹੀ ਬਾਈਕਾਟ ਕਰ ਜਾਂਦੇ ਸੀਗੇ, ਮੀਟਿੰਗ ਦੇ ਵਿੱਚ ਪ੍ਰੋਪਰ ਮੀਟਿੰਗ ਨਹੀਂ ਕਰਦੇ ਸੀਗੇ। ਅਜਿਹਾ ਕੀ ਸੀਗਾ? ਜਿਹੜਾ ਨਗਰ ਕੌਂਸਲ ਹੈ, ਮੈਂ ਤਾਂ ਕਹਿੰਦਾ ਕਰਪਸ਼ਨ ਦਾ ਬਹੁਤ ਬੜਾ ਅੱਡਾ ਹੈ। ਅੱਜ ਉਹਨਾਂ ਨੂੰ ਪੇਵਰਾਂ ਨੂੰ ਲਗਾ ਕੇ ਜਿਹੜੇ ਉਹੀ ਪੇਵਰ ਪੱਟ ਕੇ ਦੁਬਾਰਾ ਉਹ ਪੇਵਰਾਂ ਦੇ ਪੇਵਰ ਲਾਏ ਜਾ ਰਹੇ। ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਇੱਥੇ ਪੇਵਰ ਲੱਗੇ ਉੱਥੇ ਤੁਸੀਂ ਕਿਉਂ ਲਾ ਰਹੇ? ਪਬਲਿਕ ਦੀ ਡਿਮਾਂਡ ਦੇ ਮੁਤਾਬਕ ਹੀ ਪੇਵਰ ਲੱਗੇ ਨੇ। ਜੇ ਪਬਲਿਕ ਬੋਲੇਗੀ ਕੋਠਿਆਂ ਤੇ ਲਗਾ ਦਿਓ, ਅਸੀਂ ਉਹ ਵੀ ਲਗਾ ਦਾਂਗੇ, ਜਿਸ ਤੋਂ ਜੋ ਹੁੰਦਾ ਕਰ ਲਓ। ਤੁਸੀਂ ਕਿਵੇਂ ਦੇਖਦੇ? ਜਿਵੇਂ ਕਿ ਸੁਣਨੇ ਚ ਆ ਰਿਹਾ ਕਿ ਤੁਸੀਂ ਵੀ ਜੋ ਪੁਰਾਣਾ ਵਾਰਡ ਸੀਗਾ ਉਸ ਵਾਰਡ ਤੋਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ, ਅਜਿਹਾ ਕੀ ਹੋ ਗਿਆ ਸੀਗਾ ਉਸ ਸਮੇਂ? ਇੱਕ ਉੱਥੇ ਦਾ ਲੱਠਾ ਗਵਾਚਿਆ ਹੋਇਆ ਰੇਲਵੇ ਰੋਡ ਦਾ, ਉਹ ਕਿਹਨਾਂ ਤੋਂ ਲੱਠਾ ਗਵਾਚਿਆ ਜਾਂ ਚੋਰੀ ਹੋਇਆ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ, ਪਰ ਆਪਣੇ ਹੀ ਪ੍ਰਧਾਨ ਦੇ ਖਿਲਾਫ ਨੋ ਕੌਨਫੀਡੈਂਸ ਦਾ ਜਿਹੜਾ ਮਤਾ ਪਾ ਕੇ ਉਹਦੇ ਖਿਲਾਫ ਹੋ ਗਏ ਸੀ। ਅਜਿਹਾ ਕਿਉਂ ਕਰਨਾ ਪਿਆ ਸੀ ਤੁਹਾਨੂੰ ਕਿ ਆਪਣੇ ਪ੍ਰਧਾਨ ਦੇ ਖਿਲਾਫ ਹੀ ਇਹ ਮਤਾ ਪਾਣਾ ਪਿਆ? ਅਸ਼ੋਕਪੁਰੀ ਨੂੰ ਹੀ ਉਹਨਾਂ ਨੇ ਪ੍ਰਧਾਨ ਰੱਖੇ, ਮਤਲਬ ਹੋ ਸਕਦਾ ਉਹਨਾਂ ਨੂੰ ਲੱਗਦਾ ਨਾ ਵੀ ਸਾਡੇ ਕੋਲ ਇਸ ਤਰ੍ਹਾਂ ਕੋਈ ਬੰਦਾ ਕੈਂਡੀਡੇਟ ਹੈਗਾ ਪ੍ਰਧਾਨ ਦਾ, ਚਾਹੇ ਉਹ ਲਾਇਕ ਹੈ ਚਾਹੇ ਨਲਾਇਕ ਹੈ, ਪ੍ਰਧਾਨ ਤਾਂ ਉਹਨੂੰ ਬਣੂਗਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਨੇ ਜਿਹੜਾ ਹੈਗਾ ਬੜੇ ਪੁੱਠੇ ਸਿੱਧੇ ਹੱਥਕੰਡੇ ਵੀ ਬਣਾਉਣੇ ਹੈਗੇ। MC ਨੂੰ ਕੋਈ ਅਥਾਰਟੀ ਉਹ ਚੈੱਕ ਕਰ ਸਕੇ, ਇੰਨਾ ਕੁ ਕੰਮ ਹੈ। ਬਾਕੀ ਜੋ ਉਸ ਸਮੇਂ ਦੇ EO ਸਾਹਿਬ ਜਾਂ ਮੌਜੂਦਾ ਪ੍ਰਧਾਨ ਹੈ ਜਾਂ ਕਹਿ ਲਓ ਲੀਡਰਸ਼ਿਪ ਉੱਪਰ ਦੀ ਹੈਗੀ, ਜੋ ਉਹਨਾਂ ਨੇ ਕਹਿਣਾ ਉਹ ਹੋਣਾ। ਬਾਕੀ ਤਾਂ ਯਾਨੀ ਕਿ ਇੱਕ ਮੈਂਬਰ ਦਾ ਉਹ ਤਾਂ ਇੱਕ ਜਾ ਕੇ ਹਾਜ਼ਰੀ ਲਵਾਉਣ ਵਾਲਾ ਕੰਮ ਹੈ। ਬਾਕੀ ਜਦੋਂ ਓਪੋਜੀਸ਼ਨ ਦਾ ਕੈਂਡੀਡੇਟ ਹੁੰਦਾ ਹੈ ਤਾਂ ਸਰਕਾਰ ਉਸਦੇ ਕੰਮ ਨਹੀਂ ਕਰਦੀ, ਜਦੋਂ ਕਿ ਉਸ ਵਾਰਡ ਦੇ ਵਸਨੀਕ ਹੈ ਉਹਨਾਂ ਨੇ ਵੀ ਵੋਟਾਂ ਪਾਈਆਂ ਹੁੰਦੀਆਂ। ਅਜਿਹੀ ਪਾਰਸ਼ੈਲਿਟੀ ਕਿਉਂ ਕੀਤੀ ਜਾਂਦੀ ਹੈ? ਤੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਹੈਗੀ ਆ, ਅਕਾਲੀ ਦਲ ਵੀ ਹੋ ਗਿਆ, ਤੇ ਕੰਪੀਟੀਸ਼ਨ ਕਿੰਨਾ ਟਫ ਹੋ ਗਿਆ ਤੁਹਾਡੇ ਲਈ? ਇਸ ਵਾਰ ਕਿਸਾਨੀ ਮੁੱਦਾ ਕਾਫੀ ਚੱਲਿਆ ਹੋਇਆ, ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਇਲੈਕਸ਼ਨ ਉਤੇ ਕਿਸਾਨੀ ਮੁੱਦਾ ਹੈਵੀ ਰਹੇਗਾ? ਮਿਊਨਿਸਪੈਲਿਟੀ ਨੇ ਤੁਸੀਂ ਕੰਮ ਜੋ ਮਰਜ਼ੀ ਕਰਾ ਲਓ, ਲੇਕਿਨ ਉਹ ਬਾਅਦ 'ਚ ਤੁਸੀਂ ਚਾਹੇ ਟਾਇਲਟ ਬਣਾ ਲਓ, ਚਾਹੇ ਉੱਥੇ ਗੰਦ ਪੈਣ ਟੁੱਟਿਆ ਰਹਿਣਾ ਸਾਰਾ ਕੁਝ, ਉਹਦੇ 'ਚ ਕੋਈ ਮੇਨਟੇਨੈਂਸ ਨਹੀਂ, ਨਾ ਕੋਈ ਕੇਅਰ ਟੇਕਰ ਹੈ, ਨਾ ਕੁਝ ਨਹੀਂ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ TV ਤੇ ਮੈਂ ਹਰਕੇਸ਼ ਸਿੰਘ ਰਾਣਾ, ਤੇ ਸਾਡਾ ਖਾਸ ਪ੍ਰੋਗਰਾਮ ਸਾਡੇ MC ਸਾਹਿਬ ਲੈ ਕੇ ਇੱਕ ਵਾਰ ਫਿਰ ਮੈਂ ਤੁਹਾਡੇ ਰੂਬਰੂ ਹਾਂ। ਤੇ ਗੱਲ ਕਰਾਂਗੇ ਨਗਰ ਕੌਂਸਲ ਦੇ ਚੋਣਾਂ ਦਾ ਬਿਗੁਲ ਵੱਜ ਚੁੱਕਿਆ, ਤੇ ਜਿਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸਰਗਰਮੀਆਂ ਬਿਲਕੁਲ ਸਾਰੀ ਪਾਰਟੀਆਂ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਆਪਣੇ ਨੁਮਾਇੰਦੇ ਉਹਨਾਂ ਵੱਲੋਂ ਅਨਾਉਂਸ ਕਰ ਦਿੱਤੇ ਗਏ ਨੇ, ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਰ ਇੱਕ ਵਾਰਡ ਦੇ ਵਿੱਚ ਜਾਈਏ ਤੇ ਹਰ ਇੱਕ ਉਸ ਉਮੀਦਵਾਰ ਨਾਲ ਗੱਲ ਕਰੀਏ ਕਿ ਕਿਹਨਾਂ ਮੁੱਦਿਆਂ ਨੂੰ ਲੈ ਕੇ ਉਸ ਉਮੀਦਵਾਰ ਵੱਲੋਂ ਚੋਣ ਲੜਿਆ ਜਾ ਰਿਹਾ ਹੈ। ਤੇ ਫਿਲਹਾਲ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਇਸ ਸਮੇਂ ਗੱਲ ਕਰਾਂਗੇ ਵਾਰਡ ਨੰਬਰ 14 ਦੀ, ਤੇ ਵਾਰਡ ਨੰਬਰ 14 ਤੋਂ
ਉਮੀਦਵਾਰ ਭਾਜਪਾ ਦੇ ਨੇ ਉਹ ਨੇ ਡਾਕਟਰ ਰਜਿੰਦਰ ਕੁਮਾਰ ਤੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਸਭ ਤੋਂ ਪਹਿਲਾਂ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਸਰ ਗੱਲ ਕਰਾਂਗੇ, ਤੁਸੀਂ ਪਿਛਲੀ ਟਰਮ ਦੇ ਵਿੱਚ ਐਮਸੀ ਰਹੇ ਹੋ ਤੇ ਇਸ ਵਾਰ ਫਿਰ ਆਪਣੀ ਕਿਸਮਤ ਭਾਜਪਾ ਵੱਲੋਂ ਅਜਮਾਨ ਜਾ ਰਹੇ ਹੋ, ਪਰ ਇਸ ਵਾਰ ਜੇ ਅਸੀਂ ਗੱਲ ਕਰੀਏ ਨਵੀਂ ਪਿੱਚ ਹੈ, ਨਵਾਂ ਵਾਰਡ ਹੈ, ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਪੰਜਾਬ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਅੱਜ ਮੈਨੂੰ ਆਪਣੇ ਸਰੋਤਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਵਾਰਡ ਵਾਸੀਆਂ ਦੇ ਨਾਲ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਤੇ ਨਾਲ ਰਕੇਸ਼ ਰਾਣਾ ਜੀ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਵਧਾਈ, ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ। ਦੂਸਰੀ ਗੱਲ ਤੁਸੀਂ ਕੀਤੀ ਮੇਰੇ ਨਾਲ ਵੀ ਇਹ ਤੁਹਾਡੀ ਨਵੀਂ ਪਿੱਚ ਹੈ। ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਕਾਰਿਆਕਰਤਾ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ। ਪਾਰਟੀ ਨੇ ਜਿੱਥੋਂ ਮੈਨੂੰ ਕਿਹਾ ਵੀ ਤੁਸੀਂ ਫਲਾਣੀ ਜਗ੍ਹਾ ਆਪਣੇ ਜਾ ਕੇ ਕੰਮ ਕਰੋ, ਮੈਂ ਉੱਥੇ ਜਾ ਕੇ ਆਪਣਾ ਕੰਮ ਕੀਤਾ। ਹੁਣ ਮੇਰਾ ਵਾਰਡ ਜਿਹੜਾ ਪਹਿਲਾਂ 12 ਸੀ, 2009 ਦੇ ਵਿੱਚ ਪਹਿਲਾਂ 18 ਨੰਬਰ ਸੀ, ਉਸ ਤੋਂ ਬਾਅਦ 12 ਹੋਇਆ। ਇਸ ਵਾਰ ਉਹ ਜਿਹੜਾ ਵਾਰਡ ਹੈ ਉਹ ਲੇਡੀਜ਼ ਵਾਰਡ ਹੋ ਗਿਆ ਤੇ ਮੈਨੂੰ ਮੇਰੀ ਪਾਰਟੀ ਨੇ ਰੇਲਵੇ ਰੋਡ ਤੋਂ ਜਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ। ਤੇ ਵਾਰਡ ਨਵਾਂ ਜਾਂ ਪੁਰਾਣਾ ਹੈ, ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ। ਔਰ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਕਿਆ ਹੈ, ਉੱਥੋਂ ਦੇ ਲੋਕਾਂ ਦੇ ਕਿਹੜੇ ਪੈਂਡਿੰਗ ਕੰਮ ਰਹਿੰਦੇ, ਕਿਉਂਕਿ 1994 ਦੇ ਵਿੱਚ ਪਹਿਲੀ ਕੌਂਸਲ ਬਣੀ ਸੀਗੀ। ਉਸ ਦੌਰਾਨ ਮੈਨੂੰ ਇਹ ਵੀ ਪਤਾ ਲੱਗਾ ਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਰਕੇਸ਼ ਸ਼ਰਮਾ ਪਿੰਕੀ ਜੀ ਵੀ ਮਿਊਨਿਸਪਲ ਕੌਂਸਲਰ ਰਹੇ ਹੈ। ਜੋ ਮੈਨੂੰ ਵਾਰਡ ਵਾਸੀਆਂ ਨੇ ਉੱਥੋਂ ਦੱਸਿਆ ਵੀ ਉਹਨਾਂ ਦੇ ਕੰਮ ਸਮੇਂ ਦੌਰਾਨ ਹੋਏ ਹੀ ਕੰਮ ਜੋ ਹੈ ਉਹ ਮਤਲਬ ਵਧੀਆ ਹੋਏ। ਉਸ ਤੋਂ ਬਾਅਦ ਤਾਂ ਜਿਹੜੀ ਕਿ ਖਾਨਾ ਪੂਰਤੀ ਹੈ, ਔਰ ਅੱਜ ਹਾਲਾਤ ਬਹੁਤ ਉੱਥੇ ਮਾੜੇ। ਜੀ ਬਿਲਕੁਲ, ਗੱਲ ਕਰਦੇ ਹਾਂ, ਗੱਲ ਉਹੀ ਆ ਜਾਂਦੀ ਹੈ ਕਿ ਵਾਰਡ ਨਵਾਂ ਹੈ, ਤੁਸੀਂ ਜਾ ਕੇ ਇੱਕ ਵਾਰ ਫਿਰ ਵਾਰਡ ਵਾਸੀਆਂ ਨਾਲ ਮਿਲੋਗੇ, ਪਰ ਉੱਥੋਂ ਜੋ ਤੁਹਾਡੇ ਓਪੋਜੀਸ਼ਨ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਨੇ ਜੋ ਵਿਦਿਆ ਸਾਗਰ ਜੀ, ਉਹ ਵੀ ਇੱਕ ਕਾਂਗਰਸ ਦੇ ਪਿਛਲੀ ਟਰਮ ਦੇ ਨੁਮਾਇੰਦੇ ਸੀਗੇ। ਇਸ ਵਾਰ ਉਹਨਾਂ ਨਾਲ ਤੁਹਾਡਾ ਮੁਕਾਬਲਾ ਹੈ, ਕਿਵੇਂ ਲੱਗਦਾ ਹੈ? ਕਿਉਂਕਿ ਉਹਨਾਂ ਦਾ ਦਾਅਵਾ ਕਿ ਉਸ ਵਾਰਡ ਦੇ ਵਿੱਚ ਤਾਂ ਸਾਰੇ ਕੰਮ ਉਹਨਾਂ ਨੇ ਵਿਕਾਸ ਦੇ ਕਰਵਾ ਦਿੱਤੇ ਹੈ, ਤਾਂ ਤੁਸੀਂ ਕਿਹਨਾਂ ਮੁੱਦਿਆਂ ਨੂੰ ਲੈ ਕੇ ਉਸ ਵਾਰਡ ਵਿੱਚ ਜਾਓਗੇ? ਪਹਿਲਾਂ ਤਾਂ ਜਿਹੜੇ ਉਹ ਕੌਂਸਲਰ ਸਾਡੇ ਭਾਰਤੀ ਜਨਤਾ ਪਾਰਟੀ ਤੋਂ ਪਿਛਲੀ ਟਰਮ 'ਚੋਂ ਜਿੱਤੇ ਸੀ, ਤੇ 2017 ਦੇ ਵਿੱਚ ਜਦੋਂ ਸਰਕਾਰ ਆਈ, ਉਹ ਸਰਕਾਰ ਬਣਨ ਤੋਂ ਬਾਅਦ ਜਿਹੜੀ ਆ ਉਹ ਆਪਣੀ ਜਿਹੜੀ ਛਲਾਂਗ ਮਾਰ ਕੇ ਉਹ ਕਾਂਗਰਸ ਦੇ ਵਿੱਚ ਚਲੇ ਗਏ। ਔਰ ਜੇ ਉਹਨਾਂ ਨੇ ਕੰਮ ਕਰਾਏ ਹੁੰਦੇ, ਜਦੋਂ ਮੈਂ ਉਸ ਵਾਰਡ ਦੇ ਵਿੱਚ ਗਿਆ ਤਾਂ ਮੈਨੂੰ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਉੱਥੇ ਲੱਗਿਆ ਉਹ ਹੁੰਦਾ ਬੇਸਿਕ ਕਮਿਊਨਿਟੀ ਦੇ ਉੱਪਰ। ਬੇਸਿਕ ਕਮਿਊਨਿਟੀ ਕਿਆ ਹੁੰਦੇ ਆ? ਜਿਸ ਤਰ੍ਹਾਂ ਪੀਣ ਵਾਲਾ ਪਾਣੀ ਹੈ, ਸੀਵਰੇਜ ਹੈ ਤੇ ਸਫਾਈ ਦੀ ਵਿਵਸਥਾ ਹੈ, ਪਲੱਸ ਲਾਈਟ ਹੈ ਤੇ ਗਲੀਆਂ ਨਾਲੀਆਂ ਦੇ ਡਰੇਨੇ ਦਾ ਕੰਮ। ਜੇ ਤੁਸੀਂ ਅੱਜ ਵੀ ਉੱਥੇ ਜਾ ਕੇ ਰੇਲਵੇ ਰੋਡ 'ਚ ਝਾਤੀ ਮਾਰੋ ਤੇ ਮੈਨੂੰ ਇਹ ਲੱਗਦਾ ਨਹੀਂ ਕਿ ਉਹ ਸਾਡਾ ਜਿਹੜਾ ਵਾਰਡ ਹੈ ਇਸ ਤਰ੍ਹਾਂ ਦੀ ਕੋਈ ਉੱਥੇ ਵਿਵਸਥਾ ਠੀਕ ਹੋਵੇ। ਪਿਛਲੇ 2-2.5 ਮਹੀਨੇ ਤੋਂ ਇੱਕ ਜਿਹੜੇ ਰੇਲਵੇ ਰੋਡ ਦੇ ਮੇਨ ਏਰੀਆ ਦੇ ਵਿੱਚ ਜਿਹੜੀ ਸੀਵਰੇਜ ਬੰਦ ਪਿਆ ਉਹਨਾਂ ਦਾ। ਕਈ ਵਾਰ ਜਿਹੜੀ ਉਹਨਾਂ ਨੇ ਲਿਖਤ ਸ਼ਿਕਾਇਤਾਂ ਮਿਊਨਿਸਪੈਲਿਟੀ ਨੂੰ ਕੀਤੀਆਂ, ਪਰ ਉੱਥੋਂ ਦੇ ਜਿਹੜੇ ਵਸਨੀਕ ਹੈ, ਉੱਥੋਂ ਦੇ ਕੌਂਸਲਰ ਕੋਲ ਜਿਹੜੇ ਗਏ ਹੈ, ਪਰ ਉਹਨਾਂ ਆਪਣੇ ਹੱਥ ਝਾੜ ਦਿੱਤੇ ਵੀ ਮੇਰੀ ਨਗਰ ਕੌਂਸਲ ਵਿੱਚ ਕੋਈ ਸੁਣਦਾ ਨਹੀਂ। ਤੁਸੀਂ ਇਹ ਦੱਸੋ ਰਾਣਾ ਜੀ ਵੀ ਜੇ ਸੀਵਰੇਜ ਵਰਗੀ ਜਿਹੜੀ ਬਹੁਤ ਹੀ ਜ਼ਿਆਦਾ ਜ਼ਰੂਰੀ ਠੀਕ ਹੋਣ ਵਾਸਤੇ ਹੈ, ਉਹ ਵੀ ਜਾਣੀ ਕਿ ਠੀਕ ਸਰਕਾਰ ਨਾ ਕਰ ਸਕੇ, ਉੱਥੋਂ ਦੀ ਮਿਊਨਿਸਪੈਲਿਟੀ ਨਾ ਕਰ ਸਕੇ ਜਾਂ ਉੱਥੋਂ ਦਾ ਕਾਉਂਸਲਰ ਨਾ ਕਰਾ ਸਕੇ, ਤੇ ਇਹ ਤੋਂ ਵੱਡੀ ਕਿਹੜੀ ਮਾੜੀ ਗੱਲ ਹੋ ਸਕਦੀ? ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦੇ ਆ? ਕਿਉਂਕਿ ਮੌਜੂਦਾ ਐਮਸੀ ਸੀਗੇ ਉਹ, ਤੇ ਉਸ ਸਮੇਂ ਸਰਕਾਰ ਵੀ ਉਹਨਾਂ ਦੀ ਹੋਈ ਸੀਗੀ, ਕਿਉਂ ਨਹੀਂ ਕਰਵਾ ਪਾਏ? ਕੀ ਕਾਰਨ ਹੋ ਸਕਦਾ? ਦੇਖੋ, ਮਿਊਨਿਸਪੈਲਿਟੀ ਦੇ ਵਿੱਚ ਫੰਡ ਦੀ ਕੋਈ ਕਮੀ ਨਹੀਂ। ਮਿਊਨਿਸਪੈਲਿਟੀ ਦੇ ਵਿੱਚ ਕੰਮ ਕਰਾਉਣ ਦਾ ਜਜ਼ਬਾ ਹੋਣਾ ਚਾਹੀਦਾ। ਜੇ ਆਪਾਂ ਆਪਣੀ ਡਿਮਾਂਡ ਹੀ ਨਹੀਂ ਰੱਖਾਂਗੇ ਜਾ ਕੇ, ਜਾਂ ਉਹ ਢੰਗ ਦੇ ਨਾਲ ਆਪਾਂ ਉਹਨੂੰ ਮਤਲਬ ਪਰਸਿਊ ਨਹੀਂ ਕਰਾਂਗੇ, ਤਾਂ ਮਿਊਨਿਸਪੈਲਿਟੀ ਇੱਕ ਇੱਦਾਂ ਦੀ ਜਗ੍ਹਾ ਕਿ ਉਹ ਤੁਹਾਡੇ ਕੰਮ ਨਹੀਂ ਕਰਦੀ। ਮਿਊਨਿਸਪੈਲਿਟੀ ਦੇ ਵਿੱਚ ਤੁਸੀਂ ਨਵਾਂ ਕੰਮ ਕੋਈ ਵੀ ਕਰਾ ਲਓ, ਲੇਕਿਨ ਇਸ ਤਰ੍ਹਾਂ ਦੀ ਜਿਹੜੀ ਰਿਪੇਅਰ ਹੈ ਜਾਂ ਮੇਨਟੇਨੈਂਸ ਹੈ, ਜਿਹੜੀ ਸੀਵਰੇਜ ਲਗਭਗ ਉਹਦੇ ਨਾਲ 100-200 ਘਰ ਜਿਹੜਾ ਮਤਲਬ ਅਫੈਕਟਡ ਹੈ, ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਸੀਵਰੇਜ ਬਲੋਕ ਹੋ ਕੇ ਇਕੱਠਾ ਹੋ ਰਿਹਾ, ਉਹਨਾਂ ਦੇ ਵਾਸਤੇ ਨਿਕਲਣਾ ਔਖਾ ਹੈਗਾ। ਘਰ ਦੇ ਵਿੱਚ ਬਦਬੂ ਇੰਨੀ ਆ ਰਹੀ। ਮਿਊਨਿਸਪੈਲਿਟੀ ਨੇ ਉਹ ਜਿਹੜੀ ਸੀਵਰੇਜ ਨੂੰ ਠੀਕ ਕਰਨ ਦੀ ਬਜਾਏ ਜੋ ਇੱਕ ਟੈਂਪਰੇਰੀ ਉੱਥੇ ਇੱਕ
ਜਿਹੜੀ ਸਕਸ਼ਨ ਪੰਪ ਲਾ ਕੇ ਉਹ ਮਤਲਬ ਇੱਕ ਟੈਂਕ ਪਾਣੀ ਦਾ ਕੱਢ ਦਿੰਦੇ ਸੀਵਰੇਜ ਦਾ, ਲੇਕਿਨ ਉਹਨੂੰ ਰਿਪੇਅਰ ਨਹੀਂ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਬਜਟ ਦੀ ਘਾਟ ਹੈ, ਬਜਟ ਦੀ ਅਪਰੂਵਲ ਨਹੀਂ ਹੈਗੀ। ਪਰ ਮੈਂ ਇੱਕ ਗੱਲ ਕਹਿੰਦਾ, ਸੈਕਸ਼ਨ 35 ਦੇ ਵਿੱਚ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ, ਚਾਹੇ ਕਈ ਵਾਰੀ ਹੜ੍ਹ ਆ ਜਾਵੇ ਜਾਂ ਕਦੀ ਅੱਗ ਲੱਗ ਜਾਵੇ ਜਾਂ ਕੋਈ ਇੱਦਾਂ ਦਾ ਕੋਈ ਮਤਲਬ ਐਮਰਜੈਂਸੀ ਪੈ ਜਾਵੇ, ਉੱਥੇ ਪਾਵਰਾਂ ਸਰਕਾਰ ਕੋਲ, ਉੱਥੇ ਦੇ ਇਲੈਕਟ ਅਫੀਸਰ ਨੂੰ ਪਾਵਰਾਂ ਹੈਗੀਆਂ, ਪ੍ਰਧਾਨ ਨੂੰ ਪਾਵਰਾਂ ਸੀਗੀਆਂ। ਪਰ ਪ੍ਰਧਾਨ ਜੀ ਚਲੋ 9 ਮਾਰਚ ਤੋਂ ਬਾਅਦ ਹੈ ਨਹੀਂ, ਪਰ ਈਓ ਸਾਹਿਬ ਨੂੰ ਪਾਵਰਾਂ ਗਈਆਂ, ਉਹ ਕਰਾ ਸਕਦੇ ਸੀਗੇ, ਪਰ ਕਿਉਂ ਨਹੀਂ ਕਰਾਏ ਇਹ ਤਾਂ ਉਹ ਉੱਥੋਂ ਦੇ ਜਿਹੜੇ ਕੌਂਸਲਰ ਉਹ ਦੱਸ ਸਕਦੇ। ਇੱਕ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਕਿ ਜੋ ਉਸ ਵਾਰਡ ਦੇ ਐਮਸੀ ਸੀਗੇ ਲਾਸਟ ਟਰਮ ਦੇ ਵਿੱਚ ਵਿਦਿਆਸਾਗਰ ਜੀ, ਉਹਨਾਂ ਨੇ ਆਵਾਜ਼ ਨਹੀਂ ਉਠਾਈ, ਉਹ ਕਰਾਉਣਾ ਨਹੀਂ ਚਾਹੁੰਦੇ ਸੀ ਕੰਮ। ਕਿ ਤੁਹਾਨੂੰ ਲੱਗਦਾ ਹੈ ਕਿ ਪਿਛਲੀ ਟਰਮ ਦੇ ਵਿੱਚ ਜਿਹੜੇ ਐਮਸੀ ਸੀਗੇ ਉਹਨਾਂ ਨੇ ਜਾ ਕੇ ਮੀਟਿੰਗਾਂ ਹੀ ਨਹੀਂ ਕੀਤੀਆਂ, ਕੌਂਸਲ ਦੇ ਹਾਊਸ ਦੇ ਵਿੱਚ ਜਾ ਕੇ ਮੁੱਦੇ ਹੀ ਨਹੀਂ ਚੁੱਕੇ? ਤੁਹਾਨੂੰ ਲੱਗਦਾ ਫਿਰ ਇਸ ਤਰ੍ਹਾਂ ਦਾ? ਜੇ ਤੁਸੀਂ ਪਿਛਲੀਆਂ ਮੀਟਿੰਗਾਂ ਜਿਹੜੇ ਮਤੇ ਤੁਸੀਂ ਉਹ ਕਢਵਾ ਕੇ ਦੇਖੋਗੇ ਤਾਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਦਿਖ ਜਾਣੀ। ਡਾਇਰੈਕਟੋਰੇਟ ਤੋਂ ਸਾਨੂੰ ਜਿਹੜੀਆਂ 1 ਮਹੀਨੇ ਦੀਆਂ 10 ਮੀਟਿੰਗਾਂ ਕਰਨ ਦਾ ਰਾਈਟ ਹੈ, ਉਹ ਜਿਹਦੇ ਮਤਲਬ ਤੁਹਾਨੂੰ ਸਰਕਾਰ ਪੇਮੈਂਟ ਕਰਦੀ, ਪੇਮੈਂਟ ਮਤਲਬ ਤੁਹਾਨੂੰ ਜੋ ਵੀ ਉਹਦਾ ਜਿਹੜਾ ਭੱਤਾ ਜਿਹੜਾ ਤੁਹਾਨੂੰ ਮਿਲਦਾ। ਲੇਕਿਨ ਉਸ ਤੋਂ ਬਾਅਦ ਵੀ ਜੇ ਤੁਸੀਂ 10 ਮੀਟਿੰਗਾਂ ਤੋਂ ਵੱਧ ਵੀ ਕਰ ਸਕਦੇ, ਤੁਹਾਨੂੰ ਕੋਈ ਮਨਾਹੀ ਕੋਈ ਨਹੀਂ ਹੈਗੀ। ਪਰ ਸਾਡੇ ਇਸ ਨਗਰ ਕੌਂਸਲ ਦੇ ਵਿੱਚ ਇਸ ਟਰਮ ਦੇ ਵਿੱਚ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਪੁਰੀ ਸੀਗੇ, ਉਹਨਾਂ ਨੇ 1 ਮਹੀਨੇ ਦੀ 10 ਮੀਟਿੰਗਾਂ ਦਾ ਕਿਹਾ, ਇੱਕ ਕਿਹਾ 4-4 5-5 ਮਹੀਨੇ ਮੀਟਿੰਗ ਨਹੀਂ ਕੀਤੀ। ਉਹਨੂੰ ਇਹ ਲੱਗਦਾ ਸੀਗਾ ਕਿਉਂਕਿ ਉਹਦੇ ਜਿਹੜੇ ਆਪਣੇ ਮਿਊਨਿਸਪਲ ਕੌਂਸਲਰ ਉਹ ਖੁਸ਼ ਨਹੀਂ ਸੀਗੇ, ਕਿਉਂਕਿ ਉਹ ਕੰਮ ਨਹੀਂ ਸੀ ਕਰਦਾ। ਉਹਨੂੰ ਆਪਣਾ ਹੀ ਵਾਰਡ ਇੱਕ ਜਿਹੜਾ ਉਹ ਪਿਆਰਾ ਲੱਗਦਾ ਸੀ, ਚਾਹੇ ਉੱਥੇ ਟਰੈਕਟਰ ਲੈ ਲਓ, ਚਾਹੇ ਕੋਈ ਸ਼ਰਾਬ ਮਾਸਟਰ ਦਾ ਲੈ ਲਓ, ਚਾਹੇ ਹੋਰ ਵੀ ਕੰਮ ਹੈ। ਜੇ ਤੁਸੀਂ ਬੱਚੇ ਕਢਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਮਤਲਬ ਬਾਕੀ ਦੀ ਕਿਸੇ ਦੀ ਸੁਣਾਈ ਨਹੀਂ ਕੀਤੀ। ਸਾਰੇ ਕੌਂਸਲਰ ਬਹੁਤ ਦੁਖੀ ਸੀਗੇ। ਦੂਸਰੀ ਗੱਲ ਹੈ, ਕੌਂਸਲਰ ਦਾ ਕੰਮ ਹੈ, ਕੌਂਸਲਰ ਦਾ ਵਿਜ਼ਨ ਹੋਣਾ ਚਾਹੀਦਾ, ਕੋਈ ਕੌਂਸਲਰ ਕੋਲ ਟਾਈਮ ਹੋਣਾ ਚਾਹੀਦਾ। ਵਿੱਚ ਤਾਂ ਐਸੇ ਵੀ ਕੌਂਸਲਰ ਸੀਗੇ ਜਿਹੜੇ ਸਮੇਂ ਦੇ ਨਾਲ ਮੀਟਿੰਗ ਹੋਣ ਤੋਂ 10 ਮਿੰਟ ਬਾਅਦ ਵੀ ਆਉਂਦੇ ਸੀਗੇ, ਉਹਨਾਂ ਨੂੰ ਕੋਈ ਕੰਮ ਨਹੀਂ ਸੀਗਾ। ਇਸ ਤਰ੍ਹਾਂ ਦੇ ਜਿਹੜੇ ਕੌਂਸਲਰ ਹੈ ਉਹਨਾਂ ਦੇ, ਜਦੋਂ ਤੁਸੀਂ ਕਿਸੇ ਆਵਾਜ਼ ਹੀ ਨਹੀਂ ਉਠਾਓਗੇ, ਬਿਨਾਂ ਰੋਏ ਤੋਂ ਤਾਂ ਮਾਂ ਵੀ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਦਿੰਦੀ। ਗੱਲ ਕਰਦੇ ਕਾਂਗਰਸ ਤਾਂ ਕਹਿ ਰਹੀ ਹੈ ਕਿ ਉਹਨਾਂ ਨੇ ਮੀਟਿੰਗਾਂ ਦੀ ਕਾਲ ਕੀਤੀ ਆ, ਪਰ ਜੋ ਭਾਜਪਾ ਦੇ ਕੌਂਸਲਰ ਸੀਗੇ ਉਹ ਹਮੇਸ਼ਾ ਹੀ ਬਾਈਕਾਟ ਕਰ ਜਾਂਦੇ ਸੀਗੇ, ਮੀਟਿੰਗ ਦੇ ਵਿੱਚ ਪ੍ਰੋਪਰ ਮੀਟਿੰਗ ਨਹੀਂ ਕਰਦੇ ਸੀਗੇ। ਅਜਿਹਾ ਕੀ ਸੀਗਾ? ਇੱਕ ਵੀ ਅਗਰ ਮੀਟਿੰਗ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਸਾਨੂੰ ਇੱਕ ਵੀ ਦਿਖਾ ਦੇਣ ਵੀ ਅਸੀਂ ਬਾਈਕਾਟ ਕੀਤਾ ਹੋਵੇ। ਹਰ ਮੀਟਿੰਗ ਦੇ ਵਿੱਚ ਸਾਡੀ ਅਟੈਂਡੈਂਸ ਲੱਗੀ, ਲੇਕਿਨ ਜਿਹੜੇ ਅਸੀਂ ਕਮੈਂਟਸ ਲਿਖਾਣੇ ਚਾਹੁੰਦੇ ਸੀ ਉਹਨਾਂ ਨੇ ਲਿਖੇ ਨਹੀਂ। ਉਹ ਬਿਨਾਂ ਕਮੈਂਟਸ, ਅਸੀਂ ਉਹਨਾਂ ਨੂੰ ਕਹਿੰਦੇ ਸੀ ਪ੍ਰੋਸੀਡਰ ਦੇ ਵਿੱਚ ਜੋ ਸਾਨੂੰ ਤੁਸੀਂ ਮਤਾ ਭੇਜਿਆ ਉਹ ਪ੍ਰੋਸੀਡਰ ਦੇ ਵਿੱਚ ਲਿਖੋ, ਜੋ ਸਾਡੇ ਕਮੈਂਟ ਆ ਤੁਸੀਂ ਲਿਖੋ, ਡਾਇਰੈਕਟਰ ਨੂੰ ਭੇਜੋ। ਪਰ ਉਹ ਬਲੈਂਕ ਦੇ ਉੱਪਰ ਸਾਡੇ ਕੋਲ ਸਾਈਨ ਕਰਾਉਣਾ ਚਾਹੁੰਦੇ ਸੀਗੇ। ਪੂਰੀ ਮੀਟਿੰਗ ਉਹਦੇ 'ਚ ਮਤਲਬ ਉਹਦੇ 'ਚ ਡਿਸਕਸ਼ਨ ਵੀ ਨਹੀਂ ਹੁੰਦੀ ਸੀਗੀ। ਉਹ ਮੀਟਿੰਗ ਲੈ ਕੇ ਆਉਂਦੇ ਸੀ, ਉਹਦੇ ਬਾਅਦ ਪਾਸ ਕਰਕੇ ਉੱਠ ਜਾਂਦੇ ਸੀਗੇ। ਸਾਡਾ ਬਾਈਕਾਟ ਕਰਨ ਦਾ ਸਗੋਂ ਉਹ ਬਾਈਕਾਟ ਕਰਦੇ ਸੀਗੇ। ਕਾਂਗਰਸ ਆਪਣੇ ਹੀ ਉਦੋਂ ਬਾਈਕਾਟ ਕਰ ਦਿੰਦੀ ਸੀ। ਕਾਂਗਰਸ ਆਪ ਬਾਈਕਾਟ ਕਰਕੇ ਜਿਹੜੀ ਪ੍ਰੋਸੀਡਿੰਗ ਹੈ ਪ੍ਰਧਾਨ ਦੇ ਕਮਰੇ 'ਚ ਲਿਖੇ ਜਾਂਦੇ ਸੀ ਬਾਅਦ ਚੋਂ। ਕਿਉਂ ਕਈ ਵਾਰ ਤਾਂ ਐਸਾ ਵੀ ਹੋਇਆ, ਉਹਨਾਂ ਦੇ ਜਿਹੜੇ ਮਿਊਨਿਸਪਲ ਕਾਉਂਸਲਰ ਹੈ ਉਹਨਾਂ ਦੀ ਮੈਜੋਰਿਟੀ ਨਹੀਂ ਸੀਗੀ। ਉਹ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਉਹ ਕਾਉਂਸਲਰਾਂ ਨੂੰ ਵਾਪਸ ਫੋਨ ਕਰਕੇ ਬੁਲਾ ਕੇ ਘੰਟੇ ਬਾਅਦ ਉਹਨਾਂ ਨੇ ਸਾਈਨ ਕਰਾਏ। ਇਹ ਮਤਲਬ ਸਾਡੀਆਂ ਡਾਇਰੈਕਟੋਰੇਟ ਕੋਲ ਜਿਹੜੀ ਸ਼ਿਕਾਇਤਾਂ ਸਾਡੀਆਂ ਉਹ ਵੀ ਦਰਜ ਹੈ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਨਗਰ ਕੌਂਸਲ ਨੰਗਲ ਹੈ ਇੱਕ ਬਹੁਤ ਵੱਡਾ ਅਦਾਰਾ ਹੈ। ਏ ਕਲਾਸ ਦੀ ਕੌਂਸਲ ਨੰਗਲ ਕੌਂਸਲ ਹੈ, ਏ ਕਲਾਸ ਦੀ ਕੌਂਸਲ 'ਚ ਆਉਂਦੀ ਹੈ। ਬਜਟ ਦੀ ਕੋਈ ਘਾਟ ਨਹੀਂ ਹੈ, ਪਰ ਕਿਤੇ ਨਾ ਕਿਤੇ ਗੱਲ ਕਰਦੇ ਹਾਂ ਤਾਂ ਭਾਜਪਾ ਹਮੇਸ਼ਾ ਹੀ ਪਿਛਲੀ ਟਰਮ ਦੇ ਵਿੱਚ ਐਲੀਗੇਸ਼ਨ ਲਗਾਉਂਦੀ ਰਹੀ ਕਿ ਕਰਪਸ਼ਨ ਬਹੁਤ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਵੀ ਮੰਨਦੇ ਹੋ ਇਸ ਗੱਲ ਨੂੰ? ਦੇਖੋ, ਕਰਪਸ਼ਨ ਜਿਹੜਾ ਉਹ ਤਾਂ ਪਿਛਲਾ ਜਿਹੜਾ ਨਗਰ ਕੌਂਸਲ ਹੈ, ਮੈਂ ਤਾਂ ਕਹਿੰਦਾ ਕਰਪਸ਼ਨ ਦਾ ਬਹੁਤ ਬੜਾ ਅੱਡਾ ਹੈ। ਤੁਸੀਂ ਕੋਈ ਵੀ ਮੇਨਟੇਨੈਂਸ ਦਾ ਕੰਮ ਉਹਨਾਂ ਨੂੰ ਤੁਸੀਂ ਕਹਿ ਦਿਓ ਨਹੀਂ ਕਰਨਗੇ, ਲੇਕਿਨ ਕੋਈ ਵੀ ਤੁਸੀਂ ਨਵਾਂ ਕੰਮ ਉਹ ਕਰੋਗੇ ਤਾਂ ਤੁਹਾਡਾ ਮਤਲਬ ਉਹ ਕਰ ਦੇਣਗੇ। ਉਹ ਨਵਾਂ ਕੰਮ ਉਦੋਂ ਤੱਕ ਕਰ ਦੇਣ ਜਦ ਤੱਕ ਬਿੱਲ ਨਹੀਂ ਬਣਦੇ। ਬਿੱਲ ਬਣ ਗਏ ਉਸ ਤੋਂ ਬਾਅਦ ਖਤਮ। ਔਰ ਮੈਨੂੰ ਰਾਣਾ ਜੀ ਇਸ ਗੱਲ ਦਾ ਫਕਰ ਹੈ ਵੀ 2010 ਦੇ ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ, 9 'ਚ ਇਲੈਕਸ਼ਨ ਲੜਿਆ ਸੀ, 10 'ਚ ਮਤਲਬ ਔਥ ਲਈ ਸੀ ਆਪਾਂ। 2015 ਤੱਕ ਮੈਂ ਉਸ ਵਾਰਡ ਦੇ ਵਿੱਚ ਲਗਭਗ 21 ਕਰੋੜ ਰੁਪਇਆ ਖਰਚਿਆ। ਉਸ 21 ਕਰੋੜ ਦੇ ਵਿੱਚ ਇਹ ਗੱਲ ਸੀਗੀ ਕਿ ਜਦੋਂ ਮੈਂ ਉਹ ਵਾਰਡ ਮਤਲਬ ਉੱਥੇ ਚਾਰਜ ਲਿਆ ਤਾਂ ਉਸ ਵਾਰਡ ਦੇ ਵਿੱਚ ਨਾ ਤਾਂ ਸੀਵਰ ਦੀ ਕੋਈ ਵਿਵਸਥਾ ਸੀ, ਨਾ ਹੀ ਕੋਈ ਪੀਣ ਦੀ ਵਿਵਸਥਾ ਵਧੀਆ ਸੀਗੀ। ਪੀਣ ਦੇ ਪਾਣੀ ਦੀ ਵਿਵਸਥਾ ਇਸ ਤਰ੍ਹਾਂ ਦੀ ਸੀਗੀ, ਜੋ ਪੁਰਾਣੀਆਂ ਲਾਈਨਾਂ ਪਈਆਂ ਸੀਗੀਆਂ, ਕਿਤੇ 1 ਇੰਚ ਦੀ ਲਾਈਨ ਸੀ, ਕਿਤੇ 2 ਇੰਚ ਦੀ ਲਾਈਨ ਸੀਗੀ, ਔਰ ਪੁਰਾਣੀਆਂ ਲਾਈਨਾਂ ਸੀ ਬਹੁਤ। ਸਭ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਅਸੀਂ ਨਗਰ ਕੌਂਸਲ ਦੀ ਸਹੁੰ ਚੁੱਕਣ ਤੋਂ ਬਾਅਦ ਅਸੀਂ ਜਿਹੜੀ ਹੈ ਸਾਰੇ ਵਾਰਡ ਦੇ ਵਿੱਚ ਮੋਜੋਵਾਲ ਨੂੰ ਜਿਹਨੂੰ ਪਿੰਡ ਕਿਹਾ ਜਾਂਦਾ ਕਿ ਸ਼ਹਿਰ ਹੈ, ਉੱਥੇ ਯਾਨੀ ਕਿ ਆਪਾਂ ਸੀਵਰ ਦੇ ਸਾਰੀਆਂ ਗਲੀਆਂ 'ਚ ਮੇਨ ਜਿਹੜੀ ਆ ਮੇਨ ਰੋਡ ਦੇ ਵਿੱਚ ਫਾਰਮੇਸੀ ਰੋਡ ਲੈ ਲਓ, ਸਾਰੇ ਆਊਟਰ ਸਾਰਾ ਜਿਹੜਾ ਜਿੰਨਾ ਵੀ ਸੀਗਾ ਉਹਦੇ 'ਚ ਸਾਰਾ ਸੀਵਰੇਜ ਪਵਾਇਆ।
ਪਾਣੀ ਦੀ ਜਿਹੜੀ ਲਾਈਨ ਹੈ ਸਾਰੀ ਜਿੱਥੋਂ 1 ਇੰਚ ਸੀਗੀ ਜਾਂ 2 ਇੰਚ ਸੀਗੀ ਉਹ ਸਾਰੀਆਂ ਪੁੱਟ ਕੇ 4 ਇੰਚ ਦੀਆਂ ਕਰਾਈਆਂ। ਉਹ ਸਾਰੀਆਂ ਸੜਕਾਂ ਪੁੱਟ ਹੋਣ ਤੋਂ ਬਾਅਦ ਉਸ ਸੜਕਾਂ ਦੇ ਉੱਪਰ ਅਸੀਂ ਵਧੀਆ ਲੈਵਲ ਕਰਕੇ ਪੇਵਰ ਲਗਾਏ। ਅੱਜ ਉਹਨਾਂ ਨੂੰ ਪੇਵਰਾਂ ਨੂੰ ਲਗਾ ਕੇ ਜਿਹੜੇ ਉਹੀ ਪੇਵਰ ਪੱਟ ਕੇ ਦੁਬਾਰਾ ਉਹ ਪੇਵਰਾਂ ਦੇ ਪੇਵਰ ਲਾਏ ਜਾ ਰਹੇ। ਮੈਂ ਵੀ ਪੁੱਛਣਾ ਚਾਹੁੰਦਾ ਜਿੱਥੇ ਪੇਵਰ ਲੱਗੇ ਉੱਥੇ ਤੁਸੀਂ ਕਿਉਂ ਲਾ ਰਹੇ? ਇਹ ਕਰਪਸ਼ਨ ਦਾ ਅੱਡਾ ਨਹੀਂ ਹੈ, ਹੋਰ ਕੀ ਹੈਗਾ? ਅੱਜ ਮੇਰੇ ਵਾਰਡ 'ਚ ਤੁਸੀਂ ਦੇਖੋ ਜਾ ਕੇ ਵੀ ਲੁੱਕ ਦੀਆਂ ਸੜਕਾਂ ਪੁੱਟ ਕੇ, ਜਿੱਥੇ ਮੇਨ ਰੋਡ ਹੈ ਸੜਕ ਬਣਾਉਣੀ ਤੁਸੀਂ ਲੁੱਕ ਪਾ ਦਿਓ ਜੋ ਪਹਿਲਾਂ ਚੱਲਦਾ ਹੀ ਹੈ। ਤੁਸੀਂ ਸੜਕਾਂ ਜਿਹੜੀਆਂ ਮੇਨ ਰੋਡ ਦੇ ਉੱਪਰ ਵੀ ਉੱਥੇ ਸੜਕ ਲੁੱਕ ਦੀਆਂ ਨਾ ਬਣਾ ਕੇ ਉੱਥੇ ਪੇਵਰ ਲਾਏ ਜਾ ਰਹੇ, ਉਹ ਵੀ ਇਲੈਕਸ਼ਨ ਦੇ ਟਾਈਮ 'ਚ। ਪਰ ਉਹ ਕਹਿ ਰਿਹਾ ਕਿ ਪਬਲਿਕ, ਅਸੀਂ ਇੰਟਰਵਿਊ ਵੀ ਕੀਤੀ ਹੈ ਇੱਕ ਨੁਮਾਇੰਦੇ ਦੀ ਕਾਂਗਰਸ ਦਾ ਹੈ, ਉਹ ਕਹਿ ਰਿਹਾ ਕਿ ਜੋ ਪਬਲਿਕ ਦੀ ਡਿਮਾਂਡ ਦੇ ਮੁਤਾਬਕ ਹੀ ਪੇਵਰ ਲੱਗੇ ਨੇ। ਜੇ ਪਬਲਿਕ ਬੋਲੇਗੀ ਕੋਠਿਆਂ ਤੇ ਲਗਾ ਦਿਓ, ਅਸੀਂ ਉਹ ਵੀ ਲਗਾ ਦਾਂਗੇ, ਜਿਸ ਤੋਂ ਜੋ ਹੁੰਦਾ ਕਰ ਲਓ। ਤੁਸੀਂ ਕਿਵੇਂ ਦੇਖਦੇ ਹੋ? ਰਾਣਾ ਜੀ, ਪਬਲਿਕ ਦੀ ਡਿਮਾਂਡ ਗਲੀਆਂ 'ਚ ਹੋ ਸਕਦੀ, ਪਬਲਿਕ ਡਿਮਾਂਡ ਜਿਹੜੀ ਛੋਟੀਆਂ ਗਲੀਆਂ ਉਹਨਾਂ 'ਚ ਹੋ ਸਕਦੀ, ਲੇਕਿਨ ਮੇਨ ਰੋਡਾਂ ਤੇ ਪਬਲਿਕ ਡਿਮਾਂਡ ਥੋੜ੍ਹਾ ਹੁੰਦੀ ਕੋਈ ਵੀ। ਮੇਨ ਰੋਡ ਤਾਂ ਸਰਕਾਰ ਨੇ ਦੇਖਣੇ, ਮੇਨ ਰੋਡ ਤਾਂ ਮਿਊਨਿਸਪੈਲਿਟੀ ਜਿਹੜੇ ਇੰਜੀਨੀਅਰ ਬੈਠੇ ਉਹਨਾਂ ਨੇ ਦੇਖਣੇ ਵੀ ਇੱਥੇ ਲੁੱਕ ਪੈਣੀ ਜਾਂ ਕੰਕਰੀਟ ਬਣੀ। ਜਦ ਇਸ ਤਰ੍ਹਾਂ ਕੋਈ ਰੋਡ ਹੋਵੇ ਇੱਥੇ ਵੀ ਸੇਮ ਹੈ, ਇੱਥੇ ਲੁੱਕ ਟਿਕ ਨਹੀਂ ਰਹੀ ਤਾਂ ਇਸ ਕਰਕੇ ਥੋੜ੍ਹਾ ਪੇਵਰ ਲਾ ਦਿਓ। ਲੇਕਿਨ ਅੱਜ ਹਾਲਾਤ ਕਿਹਾ ਗਏ, ਕੋਈ ਪਟਿਆਲੇ ਦੀ ਪਾਰਟੀ ਲੈ ਕੇ ਉਹ ਜਿੱਥੇ ਜੇ ਤੁਸੀਂ ਮੇਰੇ ਵਾਰਡ ਦੇ ਵਿੱਚ ਸ਼ਾਇਦ ਤੁਹਾਨੂੰ 15 ਨੰਬਰ ਹੈ ਹੁਣ ਅੱਜ ਦਾ ਮੋਜੂਵਾਲ, ਉਹ ਤੁਹਾਨੂੰ ਦੇਖਣਾ ਉੱਥੇ ਮਿਲੇਗਾ ਵੀ ਇੱਕ ਖੰਭਾ ਜਿਹੜਾ ਬਿਜਲੀ ਦਾ ਲਾਣੇ ਚਾਹੀਦੇ, ਪਰ ਜਿੱਥੇ ਇੱਕ 2 ਖੰਭੇ ਲੱਗੇ ਹੋਏ, ਔਰ ਖੰਭੇ ਜਿਹੜੇ ਉਹਦੀ ਹਾਈਟ ਲਗਾਤੀ 25 ਫੁੱਟ ਦੇ ਖੰਭੇ, ਜਿਹੜੀ ਕਿ ਵੱਡੇ ਹਾਈਟ ਹੈ। ਉਹ ਮੇਨ ਰੋਡ 'ਤੇ ਤਾਂ ਠੀਕ ਲੱਗਦਾ, ਲੇਕਿਨ ਤੁਸੀਂ ਜਾਣੀ ਕਿ ਛੋਟੀਆਂ ਗਲੀਆਂ ਵਿੱਚ ਵੀ ਲਗਾਤੇ। ਕੱਲ੍ਹ ਉਹਨੂੰ ਦਿੱਕਤ ਉਹਦੀ ਦੱਸੋ ਕਿਆ ਨਹੀਂ ਵੀ ਜਦੋਂ ਖਰਾਬ ਹੋਏ ਨਾ ਉਹ ਕਹਿੰਦਾ ਠੀਕ ਨਹੀਂ ਕਰਨਾ। ਉਹਦਾ ਕਾਰਨ ਹੈ ਉਹਨੂੰ ਜਿਹੜੀ 4 ਟਾਇਰਾਂ ਵਾਲੀ ਪੌੜੀ ਉਹ ਸਪੈਸ਼ਲ ਚਾਹੀਦੀ ਜਿਹਨੇ ਗੱਡੀ ਨੇ ਖਿੱਚ ਹੁੰਦੀ, ਤੇ ਉਹ ਗੱਡੀ ਵਾਲੀ ਪੌੜੀ ਪਹਿਲਾਂ ਵੀ ਕੁਝ ਲੱਗੇ ਸੀਗੇ ਨਹੀਂ ਹੁੰਦੇ ਸੀ, ਉਹ ਅੱਜ ਠੀਕ ਖਰਾਬ ਹੋ ਗਏ ਤੇ ਮੁੜ ਕੇ ਕਿਸੇ ਨੇ ਠੀਕ ਨਹੀਂ ਕਰਨੀ। ਕਾਰਨ ਕਿਉਂਕਿ ਉਹ ਜਿਹੜੀ 4 ਪੌੜੀ ਦੀ ਉੱਪਰ ਨਹੀਂ ਜਾਣਾ, ਕਈ ਜਗ੍ਹਾ 4 ਪੌੜੀ ਵੱਢਦੀ ਨਹੀਂ ਹੈਗੀ। ਤੇ ਅੱਗੇ ਕਿਆ ਹੁੰਦਾ ਸੀਗਾ, ਜਿਹੜੇ ਪੋਲ ਹੈ ਉਹ 20 ਫੁੱਟ ਦੇ ਹੁੰਦੇ ਸੀਗੇ, ਮੇਰੇ ਖਿਆਲ ਆ ਉਹ 8 ਮੀਟਰ 7 ਮੀਟਰ ਨੂੰ ਕਹਿੰਦੇ ਸੀਗੇ। ਉਹ ਕਿਹੜੀ ਸਿੰਪਲ ਪੌੜੀ ਜਿਹੜੇ ਆਉਂਦੇ ਸੀਗੇ, ਜਿਹੜੇ ਰਿਪੇਅਰ ਕਰਨ ਵਾਸਤੇ ਜਿਹੜੇ ਇਲੈਕਟ੍ਰੀਸ਼ੀਅਨ ਸੀਗੇ, ਕਿਸੇ ਦਾ ਪੋਲ ਖਰਾਬ ਹੈ ਜਾਂ ਉਹ ਹੁੰਦਾ 3 ਦਿਨ ਬਾਅਦ ਉਹ ਆ ਕੇ ਠੀਕ ਕਰ ਦਿੰਦੇ ਸੀਗੇ। ਲੇਕਿਨ ਹੁਣ ਸਪੈਸ਼ਲ ਹੋ ਗਿਆ, ਇੱਕ ਵਾਰੀ ਖਰਾਬ ਹੋ ਗਈ ਤਾਂ ਮੁੜ ਕੇ ਠੀਕ ਨਹੀਂ ਗਾ। ਪਰ LED ਲਾਈਟਾਂ ਲਗਾ ਦਿੱਤੀਆਂ ਗਈਆਂ ਹੈ, LED ਲਾਈਟਾਂ ਨਾਲ ਪੂਰਾ ਸ਼ਹਿਰ ਜਗਮਗਾ ਰਿਹਾ ਹੈ। ਤੁਹਾਡੇ ਵਾਰਡ 'ਚ ਵੀ ਕੋਈ ਕਮੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ 25 ਫੁੱਟ ਖੰਭੇ ਲਗਾ ਦਿੱਤੇ ਹੈ, ਜਾਂ ਉੱਥੇ ਇਸ ਤਰ੍ਹਾਂ ਦੀ ਕੋਈ ਹੋਰ ਵੀ ਦਿੱਕਤ ਹੈ? ਦੇਖੋ, ਸੈਂਟਰ ਗਵਰਨਮੈਂਟ ਦੀ ਪ੍ਰਪੋਜ਼ਲ ਆਈ ਸੀ ਇੱਕ, ਉਹਦੇ ਵਿੱਚ ਡਾਇਰੈਕਟੋਰੇਟ ਤੋਂ ਵੀ ਸਾਨੂੰ ਫਿਰ ਇੱਕ ਰਿਟਨ 'ਚ ਨਗਰ ਕੌਂਸਲ ਨੂੰ ਆਇਆ ਸੀ ਵੀ ਇਹ ਜਿਹੜੇ ਤੁਸੀਂ ਹੈ ਇੱਕ ਫਿਲਿਪਸ ਕੰਪਨੀ ਜਾਂ ਮੈਨੂੰ ਹੋਰ ਕੰਪਨੀ ਮੈਨੂੰ ਯਾਦ ਨਹੀਂ ਐਗਜ਼ੈਕਟ, ਉਹਨਾਂ ਨੇ ਡਾਇਰੈਕਟੋਰੇਟ ਤੋਂ ਮਤਾ ਆਇਆ ਸੀ ਵੀ ਸਾਨੂੰ LED ਜਿਹੜੀ ਲਾਈਟਾਂ ਸਾਰੀਆਂ ਸ਼ਹਿਰ ਦੀਆਂ ਚੇਂਜ ਕਰਨੀਆਂ, ਤੁਸੀਂ ਮਤਾ ਪਾਸ ਕਰਕੇ ਭੇਜੋ। ਉਹਦੇ 'ਚ ਕਿਹਾ ਸੀ ਕੰਪਨੀ ਦੀ ਇੱਕ ਸ਼ਰਤ ਸੀ, ਜੋ ਤੁਸੀਂ ਅੱਜ ਬਿੱਲ ਦੇ ਰਹੇ ਉਹ 5 ਸਾਲ ਵਾਸਤੇ ਤੁਸੀਂ ਸਾਨੂੰ ਬਿੱਲ ਉਹ ਐਜ ਇਟ 'ਚ ਦੇਣਾ, ਜੋ ਵੀ ਹੈਗਾ ਉਹਦੇ ਵਿੱਚ ਅਸੀਂ ਖਰਚਾ ਕਰਾਂਗੇ। ਅਸੀਂ 5 ਸਾਲ ਉਹ ਲਾਈਟ ਵੀ ਲਾਵਾਂਗੇ, ਖੰਭੇ ਵੀ ਲਾਵਾਂਗੇ, ਔਰ ਜਿਹੜੀ ਤਾਰ ਵੀ ਬਦਲਾਂਗੇ। 5 ਸਾਲ ਉਹਦੀ ਮੇਨਟੇਨੈਂਸ ਫ੍ਰੀ ਆਫ ਕੋਸਟ ਕਰਨੀ ਸੀ ਉਹਨਾਂ ਨੇ। ਔਰ ਲੇਕਿਨ ਇੱਥੋਂ ਦੇ ਪ੍ਰਧਾਨ ਤੇ ਕੁਝ ਹੋਰ ਜਿਹੜੇ ਇੱਥੇ ਦੇ ਕੋਈ ਉਹਨਾਂ ਦੇ ਆਕਾ ਹੈਗਾ, ਉਹ ਨਾਲ ਮਿਲ ਕੇ ਉਹਨਾਂ ਨੇ ਜਾਣੀ ਕਿ ਉਹ ਜਿਹੜੀ ਪ੍ਰਪੋਜ਼ਲ ਜਿਹੜੀ ਸਰਕਾਰ ਦੀ ਉਹ ਰਿਜੈਕਟ ਕਰਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਮੈਂਬਰ ਸੀਗੇ ਉਹਨਾਂ ਨੇ ਪਾਸ ਕੀਤਾ। ਲੇਕਿਨ ਪ੍ਰਧਾਨ ਜੀ ਨੇ ਆਪਣੀ ਪਾਵਰ ਯੂਜ਼ ਕਰਕੇ ਡਬਲ ਬੋਰਡ ਤੇ ਲਾ ਕੇ ਉਹ ਮਤਾ ਫੇਲ ਕਰਕੇ ਉਹਨਾਂ ਨੂੰ ਭੇਜ ਦਿੱਤਾ। ਆਪਣੀ ਸਰਕਾਰ ਦਾ ਭੇਜਿਆ ਹੋਇਆ ਮਤਾ ਉਹ ਆਪ ਹੀ ਮਤਲਬ ਜਾਣੀ ਕਿ ਉਹਨੂੰ ਮਤਲਬ ਤੁਸੀਂ ਕਹਿ ਲਓ ਵੀ ਕੈਂਸਲ ਕਰਨਾ। ਇਸ ਤੋਂ ਵੱਡੀ ਕਰਪਸ਼ਨ ਕਿਆ ਹੋ ਸਕਦੀ? ਜਿਹੜੀ ਫ੍ਰੀ ਆਫ ਕੋਸਟ ਸਾਨੂੰ ਲਾਈਟ ਲੱਗਣੀ ਸੀਗੀ, ਅੱਜ ਉਹ ਲਾਈਟ 2 ਕਰੋੜ ਦੀ ਲੱਗ ਰਹੀ। ਔਰ ਲਾਈਟ ਜੇ ਤੁਸੀਂ ਮੇਰੇ ਵਾਰਡ 'ਚ ਦੇਖੋ, ਜਿੱਥੇ ਉਹਨਾਂ ਦੇ ਚਹੇਤੇ ਹੈ ਉੱਥੇ ਉਹ ਲਾਈਟ ਲੱਗ ਰਹੀ। ਔਰ ਦੂਜੀ ਤੁਸੀਂ ਇਹ ਦੇਖੋ ਵੀ ਇੱਕ ਖੰਭੇ ਦੇ ਨਾਲ 2 ਖੰਭੇ ਜੁੜ ਗਏ। ਇੱਕ ਖੰਭਾ ਇੱਥੇ ਲੱਗਾ, ਉਹ ਸਾਹਮਣੇ ਖੰਭਾ ਲੱਗ ਗਿਆ। ਔਰ ਅੱਜ ਹਾਲਾਤ ਹੈ ਵੀ ਇਹ ਜਿਹੜੀ ਹੈ ਇਹ ਖੰਭੇ ਜਿਹੜੇ ਹੈ ਉਹ ਖੰਭੇ ਦੀ ਹਾਈਟ ਬਹੁਤ ਉੱਚੀ ਹੈ, ਉਹ ਵੀ ਗਲਤ ਲੱਗੀ। ਡਾਕਟਰ ਸਾਹਿਬ, ਜਿਵੇਂ ਕਿ ਸੁਣਨੇ 'ਚ ਆ ਰਿਹਾ ਕਿ ਤੁਸੀਂ ਵੀ ਜੋ ਪੁਰਾਣਾ ਵਾਰਡ ਸੀਗਾ ਉਸ ਵਾਰਡ ਤੋਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ, ਅਜਿਹਾ ਕੀ ਹੋ ਗਿਆ ਸੀਗਾ ਉਸ ਸਮੇਂ? ਨਹੀਂ, ਐਕਚੁਅਲੀ ਕੁਝ ਮੇਰੀ ਪਰਿਵਾਰਕ ਜਿਹੜੀ ਹੈ ਪ੍ਰੋਬਲਮ ਸੀਗੀ, ਕਿਉਂਕਿ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹ ਮੈਨੂੰ ਕਹਿੰਦੇ ਸੀ ਵੀ ਤੂੰ 10 ਸਾਲ ਬੜੀ ਹੁਣ ਤੁਸੀਂ ਲਗਾਤਾਰ MC ਹੋ, ਵੀ 10 ਸਾਲ ਤੁਸੀਂ ਰਾਜਨੀਤੀ ਕਰ ਲਈ, ਕਿਸੇ ਹੋਰ ਨੂੰ ਮੌਕਾ ਦਿਓ। ਉਸ ਗੱਲ ਦੇ ਕਾਰਨ ਮੈਂ ਜਿਹੜਾ ਹੈਗਾ ਆਪਣੀ ਪਾਰਟੀ ਨੂੰ ਵੀ ਲਿਖ ਕੇ ਦਿੱਤਾ ਸੀਗਾ ਕਿ ਮੈਂ ਇਲੈਕਸ਼ਨ ਨਹੀਂ ਲੜਨਾ ਹੈ। ਔਰ ਮੈਂ ਆਪਣੇ ਵਾਰਡ 'ਚ ਵੀ ਕਿਹਾ ਸਾਰਿਆਂ ਨੂੰ ਜਾ ਕੇ, ਜਿਹੜੇ ਮੇਰੇ ਸਤਿਕਾਰਯੋਗ ਜੋ ਵੀ ਮੈਨੂੰ ਲੱਗਦਾ ਸੀ ਵੀ ਇਹ ਇਲੈਕਸ਼ਨ ਲੜ ਸਕਦੇ, ਮੈਂ ਉਹਨਾਂ ਨੇ ਵੀ ਗੱਲ ਕਹੀ ਵੀ ਜਾਣੀ ਕਿ ਤੁਸੀਂ ਇਲੈਕਸ਼ਨ ਲੜੋ, ਮੈਂ ਭਾਰਤੀ ਜਨਤਾ ਪਾਰਟੀ ਦਾ ਵਫਾਦਾਰ ਸਿਪਾਹੀ ਹੁੰਦੇ, ਮੈਂ ਤੁਹਾਨੂੰ ਟਿਕਟ ਵੀ ਦੇਵਾਂਗਾ ਔਰ ਤੁਹਾਡੇ ਨਾਲ ਤਨ ਮਨ ਧਨ ਨਾਲ ਵੀ ਸੇਵਾ ਕਰਾਂਗੇ। ਪਰ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਲਾਸਟ ਵਿੱਚ ਐਂਡ 'ਚ ਜਾ ਕੇ ਵੀ ਨਹੀਂ ਡਾਕਟਰ ਸਾਹਿਬ ਵੀ ਤੁਸੀਂ ਖੜਨਾ। ਉਸ ਤੋਂ ਬਾਅਦ ਜਾਣੀ ਕਿ ਉਹ ਮੇਰੇ ਫਿਰ ਐਗਰੀ ਹੋ ਗਏ, ਮੈਨੂੰ ਫਿਰ ਮੈਦਾਨ 'ਚ ਆਉਣਾ ਪੈਣਾ। ਬਦਕਿਸਮਤੀ ਨਾਲ ਜਿਹੜੀ ਉਹ ਸੀਟ ਆ ਫਿਰ ਲੇਡੀ ਕਰ ਦਿੱਤੀ ਉਹਨਾਂ ਨੇ। ਤੇ ਸਰਕਾਰ ਨੂੰ ਪਤਾ ਹੀ ਸੀ
ਵੀ ਜੇ ਉਹ ਸੀਟ ਜਿਹੜੀ ਹੈ ਉਹ ਲੇਡੀ ਨਾ ਕਰਦੇ ਉੱਥੋਂ ਵੀ ਯਾਨੀ ਕਿ ਫਿਰ ਮੈਂ ਦੁਬਾਰੇ ਖੜਨਾ ਸੀ ਔਰ ਦੁਬਾਰਾ ਜਿੱਤਣਾ ਸੀਗਾ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਸੀਟ ਲੇਡੀ ਕਰਕੇ ਸ਼ਾਇਦ ਇਹ ਰਾਜਨੀਤੀ ਤੋਂ ਬਾਹਰ ਹੋ ਜਾਣ। ਡਾਕਟਰ ਸਾਹਿਬ ਤੁਸੀਂ ਵਾਰਡ ਨੰਬਰ 14 ਤੋਂ ਹੁਣ ਇਲੈਕਸ਼ਨ ਲੜੋਗੇ ਤਾਂ ਨਵੇਂ ਕਿਹੜੇ ਪ੍ਰਪੋਜ਼ਲਾਂ ਦੀ ਗੱਲ ਕਰੀਏ ਤਾਂ ਕਿਹੜੇ ਨਵੇਂ ਪ੍ਰਪੋਜ਼ਲ ਲੈ ਕੇ ਤੁਸੀਂ ਆਪਣੇ ਵਾਰਡ ਦੇ ਵਿੱਚ ਜਾਓਗੇ ਤੇ ਵੋਟ ਮੰਗੋਗੇ? ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਉੱਥੇ ਪਾਣੀ ਦੀ ਪ੍ਰੋਬਲਮ ਹੈ ਔਰ ਸੀਵਰੇਜ ਦੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਹੈ। ਪਾਣੀ ਦੀ ਪ੍ਰੋਬਲਮ ਮੈਨੂੰ ਨਹੀਂ ਪਤਾ ਲੱਗਦਾ ਇਸ ਸ਼ਹਿਰ ਦੇ ਵਿੱਚ ਵੀ ਇਹ ਵਾਰ-ਵਾਰ ਟਿਊਬਵੈੱਲ ਦੀ ਜਿਹੜੀ ਮਿਊਨਿਸਪੈਲਿਟੀ ਹੈ 45 ਲੱਖ 30 ਤੋਂ 45 ਲੱਖ ਰੁਪਏ ਇੱਕ ਟਿਊਬਵੈੱਲ ਲਗਾਉਣ ਵਾਸਤੇ ਖਰਚ ਕਰਦੀ। ਉਹ ਕਿਉਂ ਲਗਾਉਂਦੀ ਜਦ ਕਿ ਨੰਗਲ ਸ਼ਹਿਰ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਤੁਸੀਂ ਰਿਜ਼ਰਵਰ ਤੋਂ ਉਠਾ ਲਓ। ਔਰ ਮੇਰੀ ਜੋ ਪਲਾਨ ਹੈ ਉਸ ਰੇਲਵੇ ਰੋਡ ਵਾਰਡ ਵਾਸਤੇ, ਜਿਸ ਤਰ੍ਹਾਂ ਮੈਂ ਪਹਿਲੇ ਪਿਛਲੇ ਵਾਰਡ ਨੰਬਰ 12 ਦੇ ਵਿੱਚ ਉੱਥੇ ਵੀ ਦਿੱਕਤ ਸੀ ਪਾਣੀ ਦੀ। ਇੱਕ ਟਿਊਬਵੈੱਲ ਲੱਗਾ ਸੀ ਪਹਿਲੇ ਸ਼ਿਵਾਲਿਕ ਕਾਲਜ ਦੇ ਵਿੱਚ, ਉਹਦੀ ਲਾਈਫ ਤੁਹਾਨੂੰ ਪਤਾ ਇੱਕ ਟਿਊਬਵੈੱਲ ਦੀ 15 ਕੁ ਸਾਲ ਹੁੰਦੀ ਹੈ। 15 ਸਾਲ ਬਾਅਦ ਉਹ ਟਿਊਬਵੈੱਲ ਜਿਹੜਾ ਖਰਾਬ ਹੋ ਜਾਂਦਾ। ਉਸ ਤੋਂ ਬਾਅਦ ਇੱਕ ਹੋਰ ਟਿਊਬਵੈੱਲ ਲਗਾਇਆ, ਉਹ ਟਿਊਬਵੈੱਲ ਜਿਹੜੀ ਹੈ ਉਹ ਵੀ ਲਾਈਫ ਕੋਈ ਬਹੁਤੀ ਨਹੀਂ ਲੱਗੀ। ਫਿਰ ਅਸੀਂ ਦੇਖਿਆ ਵੀ ਟਿਊਬਵੈੱਲ ਦਾ ਕੰਮ ਫੇਲ ਹੈ। ਫਿਰ ਅਸੀਂ WTP ਜਿਹਨੂੰ ਕਹਿੰਦੇ ਆ ਵਾਟਰ ਟ੍ਰੀਟਮੈਂਟ ਪਲਾਂਟ ਹੈ, ਉਹ ਟ੍ਰੀਟਮੈਂਟ ਪਲਾਂਟ ਅਸੀਂ ਉੱਥੇ ਬਾਬੂ ਦੇ ਵੇਲੇ ਲਗਾਇਆ। ਲਗਭਗ ਜਾਣੀ ਕਿ 2 ਕਰੋੜ ਦੇ ਲਗਭਗ ਜਿਹੜਾ ਉਹ ਟ੍ਰੀਟਮੈਂਟ ਤੇ ਖਰਚਾ, ਪਲਾਂਟ ਤੇ ਖਰਚਾ ਆਇਆ। ਅੱਜ ਜਿਹੜਾ ਸਾਡਾ ਪੁਰਾਣਾ ਵਾਰਡ ਹੈ ਉਹਨੂੰ ਸ਼ੁੱਧ ਪਾਣੀ ਜਾ ਰਿਹਾ। ਹਾਲਾਂਕਿ ਇਹ ਜਿਹੜੀ ਵਿਵਸਥਾ ਹੈ ਸ਼ਿਵਾਲਿਕ ਐਵਨਿਊ ਦਾ ਸਾਡਾ ਨਿਆ ਨੰਗਲ ਦਾ ਪਾਸ਼ ਏਰੀਆ ਉੱਥੇ ਵੀ ਨਹੀਂ ਹੈਗੀ। ਸਾਡਾ ਜਿਹੜਾ ਛੋਟਾ ਜਿਹਾ ਵਾਰਡ ਹੈ ਮੌਜੂ ਵਾਲਾ, ਉੱਥੇ ਸ਼ੁੱਧ ਪਾਣੀ ਜਾ ਰਿਹਾ। ਇਹ ਜਿਹੜੇ ਉਸੇ ਤਰਜ਼ ਦੇ ਉੱਪਰ ਮੈਂ ਰੇਲਵੇ ਰੋਡ ਦੇ ਵਿੱਚ ਵੀ ਇਹ ਕੋਸ਼ਿਸ਼ ਕਰੂੰਗਾ ਮੈਂ ਕਰੂੰਗਾ ਉੱਥੇ ਜਾਣੀ ਕਿ ਟ੍ਰੀਟਮੈਂਟ ਪਲਾਂਟ ਲਾ ਕੇ ਸ਼ੁੱਧ ਪਾਣੀ ਉਸ ਵਾਰਡ ਵਾਸੀਆਂ ਨੂੰ ਦੇਵਾਂ। ਕਿਉਂਕਿ ਅੱਜ ਕੱਲ੍ਹ ਉੱਥੇ ਹਾਲਾਤ ਇਹ ਹੈ, ਜੇ ਇੱਕ ਦਿਨ ਮੋਟਰ ਖਰਾਬ ਜਾਵੇ 3 ਦਿਨ ਪਾਣੀ ਨਹੀਂ ਆਉਂਦਾ ਉੱਥੇ। ਉਹੀ ਮੋਟਰ ਕੱਢ ਦਿਆ ਦੁਬਾਰਾ ਠੀਕ ਉਹਦੇ ਮੋਟਰ ਨੂੰ ਕੱਢਣਾ, ਮੋਟਰ ਨੂੰ ਦੁਬਾਰਾ ਪਾਣਾ, ਟਾਈਮ ਬੜਾ ਲੱਗਦਾ। ਦੂਜੀ ਗੱਲ, ਇੱਕ ਉੱਥੇ ਦਾ ਲੱਠਾ ਗਵਾਚਿਆ ਹੋਇਆ ਰੇਲਵੇ ਰੋਡ ਦਾ। ਉਹ ਕਿਹਨਾਂ ਤੋਂ ਲੱਠਾ ਗਵਾਚਿਆ ਜਾਂ ਚੋਰੀ ਹੋਇਆ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ, ਪਰ ਮੈਂ ਰੇਲਵੇ ਰੋਡ ਦੇ ਵਾਸੀਆਂ ਨੂੰ ਇਹ ਯਕੀਨ ਦਿਵਾਉਂਦਾ ਕਿ ਮੈਂ ਰੇਲਵੇ ਰੋਡ ਤੁਹਾਡੀ ਸੇਵਾ ਕਰਨ ਵਾਸਤੇ ਆਇਆ। ਕਿਉਂਕਿ ਉਹਨਾਂ ਦੀ ਕੁਝ ਲੋਕਾਂ ਦੀ ਜਿਹੜੀ ਆ ਨਿਸ਼ਾਨਦੇਹੀ ਨਹੀਂ ਹੋ ਰਹੀ, ਤੇ ਮੈਂ ਉਹਨਾਂ ਨੇ ਇਹ ਵਿਸ਼ਵਾਸ ਦਿੰਦਾ ਇੱਕ ਤਾਂ ਜਿਹੜਾ ਉਹ ਲੱਠਾ ਹੈਗਾ ਉਹ ਪਹਿਲ ਦੇ ਆਧਾਰ ਤੇ ਦੁਬਾਰਾ ਬਣਾਵਾਂਗਾ। ਔਰ ਤੀਜੀ, ਇੱਕ ਉੱਥੇ ਕੁਸ਼ਟ ਆਸ਼ਰਮ ਤੇ ਇੱਕ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਫਲਾਈਓਵਰ ਦੇ ਵਿੱਚ ਆ ਗਈ। ਮੈਂ ਵੀ ਸਰਕਾਰ ਤੋਂ ਸਵਾਲ ਕਰਦਾ ਵੀ ਜੇ ਤੁਸੀਂ ਪਤਾ ਸੀਗਾ ਫਲਾਈਓਵਰ ਬਣਨਾ ਹੈ ਔਰ ਕੁਸ਼ਟ ਆਸ਼ਰਮ ਵਿੱਚ ਆ ਰਿਹਾ, ਸਕੂਲ ਵੀ ਵਿੱਚ ਆ ਰਿਹਾ ਪਹਿਲੇ, ਤੇ ਤੁਸੀਂ ਉਹਦਾ ਜਦੋਂ ਸ਼ੁਰੂ ਕਰਨ ਤੋਂ ਬਾਅਦ ਤੁਹਾਨੂੰ 2 ਸਾਲ ਹੋ ਗਏ, ਅਲਟਰਨੇਟਿਵ ਦਾ ਕਿਉਂ ਨਹੀਂ ਕੀਤਾ ਉਹਨੂੰ ਉਠਾਉਣ ਤੋਂ ਪਹਿਲਾਂ? ਅੱਜ ਉਹ ਬੱਚੇ ਹੈ, ਉਹ ਬੱਚੇ ਉਹਨਾਂ ਦਾ ਜਿਹੜਾ ਭਵਿੱਖ ਜਿਹੜਾ ਉਹ ਸੇਫ ਨਹੀਂ ਹੈਗਾ। ਅੱਜ ਜਿਹੜੇ ਕੁਸ਼ਟ ਆਸ਼ਰਮ ਹੈ ਤੁਸੀਂ ਦੇਖਿਆ ਹੋਣਾ, ਤੁਹਾਡੀ ਮੀਡੀਆ ਦੀ ਉੱਥੇ ਐਂਟਰੀ ਨਹੀਂ ਹੋਈ, ਤੁਹਾਡੇ ਨਾਲ ਕਿਸ ਤਰ੍ਹਾਂ ਧੱਕਾ ਹੋਇਆ ਤੁਸੀਂ ਇਹ ਵੀ ਦੇਖਿਆ। ਤੁਹਾਡੇ ਨਾਲ ਹੀ ਬਸ ਲੁੱਕੀ ਕੀਤੀ ਗਈ, ਸਰਕਾਰ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੀ ਉੱਥੇ ਹੋਇਆ ਔਰ ਫੜ ਕੇ ਪੁਲਿਸ ਨੇ ਅੰਦਰ ਵੀ ਕਈ ਕੀਤੇ ਔਰ ਜ਼ਬਰਦਸਤੀ ਉਹਨਾਂ ਦਾ ਸਮਾਨ ਵੀ ਉਠਾ ਕੇ ਲੈ ਗਏ। ਲੇਕਿਨ ਮਾਨਯੋਗ ਹਾਈ ਕੋਰਟ ਨੇ, ਸਾਡੇ ਵਕੀਲ ਸਾਹਿਬ ਐਡਵੋਕੇਟ ਬਿੰਨਤ ਸ਼ਰਮਾ ਜੀ, ਉਹਨਾਂ ਦੇ ਥਰੂ ਜਿਹੜੇ ਜਦੋਂ ਹਾਈ ਕੋਰਟ ਨੇ ਫਿਰ ਉਹਨਾਂ ਡਾਇਰੈਕਸ਼ਨ ਦਿੱਤੀਆਂ, ਇਹਨਾਂ ਨੇ ਕੰਮ ਸ਼ੁਰੂ ਕਰਾਇਆ। ਮੈਂ ਇਹ ਚਾਹੁੰਦਾ ਸੀ ਜਦੋਂ ਤੁਸੀਂ ਪਤਾ ਹੀ ਸੀਗਾ ਵੀ 2 ਸਾਲ ਤੋਂ ਬਾਅਦ ਇਹ ਕੰਮ ਸ਼ੁਰੂ ਹੋਣਾ ਹੀ ਹੈ, ਤੁਸੀਂ ਕੁਸ਼ਟ ਆਸ਼ਰਮ ਢਾਣਾ ਹੀ ਹੈ, ਤਾਂ ਉਹ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਬਣਾਇਆ? ਹੁਣ ਬਣਾਇਆ, ਹੁਣ ਫਿਰ ਕੰਮ ਬੰਦ ਹੈ। ਮੈਨੂੰ ਹਾਲੇ ਤੱਕ ਉਹਦਾ ਜਿਹੜਾ ਉਹਨਾਂ ਦਾ ਫਿਊਚਰ ਹੈ ਉਹ ਮਈ ਤੱਕ ਉਹਨਾਂ ਦੀਆਂ ਸੀਗੀਆਂ ਡਾਇਰੈਕਸ਼ਨ, ਮਈ ਤੋਂ ਪਹਿਲੇ ਬਣਾਉਣਾ। ਮੈਨੂੰ ਲੱਗਦਾ ਨਹੀਂ ਕਿ ਮਈ ਤੋਂ ਪਹਿਲੇ ਉਹਨਾਂ ਨੂੰ ਮਤਲਬ ਜਿਹੜੇ ਕੁਸ਼ਟ ਆਸ਼ਰਮ ਇਹ ਜਿਹੜੇ ਸਕੂਲ ਦੀ ਗੱਲ ਲੈ ਲਓ, ਆਹ ਸਕੂਲ ਦੇ ਜਿਹੜੀ ਉਹ ਬਿਲਡਿੰਗ ਹੈ, ਉਹ ਸਕੂਲ ਦੀ ਬਿਲਡਿੰਗ ਵਾਸਤੇ ਕੋਈ ਪਤਾ ਨਹੀਂ ਕਿੱਥੇ ਜਾਣਾ। ਮੇਰੀ SDM ਸਾਹਿਬ ਨਾਲ ਵੀ ਗੱਲ ਹੋਈ ਸੀਗੀ, ਉਹ ਹੁਣ ਤਾਂ ਚੋਣ ਜਾਬਤਾ ਵੈਸੇ ਵੀ, ਲੇਕਿਨ ਉਸ ਤੋਂ ਬਾਅਦ ਵੀ ਕੋਈ ਸੂਟੇਬਲ ਜਗ੍ਹਾ ਜਿਹੜੀ ਹੋਊਗੀ ਉੱਥੇ ਅਸੀਂ ਸਕੂਲ ਦਾ ਵੀ ਕਰਾਵਾਂਗੇ। ਤੇ ਸੀਵਰੇਜ ਜਿਹੜਾ ਉੱਥੇ ਬੰਦ ਹੈ, ਉਹ ਜਿਹੜਾ ਸੀਵਰੇਜ ਬੰਦ ਪਿਆ ਉਹ ਪਹਿਲ ਦੇ ਆਧਾਰ ਤੇ ਜਿੱਦਾਂ ਹੀ ਆਉਂਦੇ ਆਪਾਂ ਕੌਂਸਲ ਬਣਦੀ ਹੈ ਉਹ ਨਾਲ ਹੀ ਪਹਿਲੇ ਦੇ ਆਧਾਰ ਤੇ ਜਿਹੜੀ ਸੀਵਰ ਦੀ ਜਿਹੜੀ ਕੋਈ ਲਾਈਨ ਬੈਠ ਗਈ ਹੈ ਉਹਨੂੰ ਠੀਕ ਕਰਾਵਾਂਗੇ। ਹੋਰ ਵੀ ਜਿਹੜੇ ਉੱਥੇ ਦੇ ਵਾਰਡ ਵਾਸੀਆਂ ਦੇ ਜੋ ਵੀ ਕੋਈ ਜੈਨੂਨ ਜਿਹੜੇ ਹੈ ਉਹ ਸਵਾਲ ਹੋਊਗੇ ਉਹ ਸਾਰੇ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਪਿਛਲੀ ਵਾਰ ਤੁਹਾਡੀ ਕੌਂਸਲ ਬਣੀ ਸੀਗੀ ਤੇ 2017 ਦੇ ਵਿੱਚ ਸਰਕਾਰ ਚੇਂਜ ਹੋਈ, ਕਾਂਗਰਸ ਦੀ ਸਰਕਾਰ ਆਈ ਤੇ ਉਸ ਤੋਂ ਬਾਅਦ ਤੁਸੀਂ ਇੱਕ ਆਪਣੇ ਹੀ ਪ੍ਰਧਾਨ ਦੇ ਖਿਲਾਫ ਨੋ ਕੌਨਫੀਡੈਂਸ ਦਾ ਜਿਹੜਾ ਮਤਾ ਪਾ ਕੇ ਉਹਦੇ ਖਿਲਾਫ ਹੋ ਗਏ ਸੀ। ਅਜਿਹਾ ਕਿਉਂ ਕਰਨਾ ਪਿਆ ਸੀ ਤੁਹਾਨੂੰ ਕਿ ਆਪਣੇ ਪ੍ਰਧਾਨ ਦੇ ਖਿਲਾਫ ਹੀ ਇਹ ਮਤਾ ਪਾਣਾ ਪਿਆ? 2015 ਦੇ ਵਿੱਚ ਦੁਬਾਰਾ ਇਲੈਕਸ਼ਨ ਚੋਣ ਹੋਈ ਹੈ। 2015 ਦੇ ਵਿੱਚ ਸਾਡੇ ਅਸ਼ੋਕਪੁਰੀ ਜੀ ਨੂੰ ਪ੍ਰਧਾਨ ਬਣਾਇਆ ਗਿਆ। ਉਹ ਜਿਸ ਤਰ੍ਹਾਂ ਹੀ ਚੇਅਰ ਤੇ ਬੈਠ ਗਏ, ਬੈਠਣ ਤੋਂ ਬਾਅਦ ਉਹਨਾਂ ਨੇ ਸਾਡੇ ਜਿਹੜੇ ਹੈ 3-4 MCਆਂ ਦੇ ਜਿਹੜੇ ਕੰਮ ਹੈ ਉਦੋਂ ਹੀ ਉਹਨਾਂ ਮਤਲਬ ਜਿਹੜੀ ਅਫਸਰਸ਼ਾਹੀ ਨੂੰ ਡਾਇਰੈਕਸ਼ਨਾਂ ਦੇ ਦਿੱਤੀਆਂ ਵੀ ਇਹਨਾਂ ਦੇ ਕੰਮ ਨਹੀਂ ਕਰਨੇ ਤੁਸੀਂ। ਉਹਦਾ ਕਾਰਨ ਸੀ ਉਹਨੂੰ ਲੱਗਦਾ ਸੀ ਸ਼ਾਇਦ ਵੀ ਮੇਰੇ ਬਰਾਬਰ ਨੇ ਖੜੇ ਹੋਏ, ਹੋ ਸਕਦਾ ਸਾਨੂੰ ਕੱਲ੍ਹ ਨੂੰ ਇਹ ਕੁਰਸੀ ਲਾ ਦੇਣਾ।
ਸਾਡੇ ਉਸ ਦੌਰਾਨ ਮਾਨਯੋਗ ਸਿਹਤ ਮੰਤਰੀ ਤੇ ਬਾਅਦ ਚ ਇੰਡਸਟਰੀ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਜੀ ਦੇ ਵਿੱਚ ਧਿਆਨ ਚ ਲਿਆਂਦੀ। ਉਹਨਾਂ ਨੇ ਉਹਨਾਂ ਨੂੰ ਬਾਰ-ਬਾਰ ਗੱਲ ਕਹੀ ਵੀ ਦੇਖ, ਜੇ ਤੇਰੀ ਕੁਰਸੀ ਦੀ ਜਿਹੜੀ ਹੈਗੀ ਹੈ ਤਾਂ ਇਹਨਾਂ ਦੇ ਬਦੌਲਤ ਕੁਰਸੀ ਹੈ, ਤੁਸੀਂ ਆਪਣੀ ਪਾਰਟੀ ਦੀ ਕੰਮ ਰੋਕ ਰਿਹਾ। ਉਹ ਫਿਰ ਮਜਬੂਰੀ ਦੇ ਵਿੱਚ ਉਹ ਪਤਾ ਨਹੀਂ, ਹੁਣ ਬਾਅਦ ਚ ਵੀ ਪਤਾ ਲੱਗਿਆ ਸੀ ਕਿ ਉਹ ਕਾਂਗਰਸ ਪਾਰਟੀ ਦਾ ਮਿਲ ਗਿਆ ਹੋਇਆ ਸੀ, ਉਹਨੇ ਬਾਅਦ ਚ ਵੀ ਜਾਣਾ ਸੀਗਾ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵਰਕਰ ਹੈ ਜਾਂ ਕਾਰਜਕਰ ਜੋ ਵੀ ਕੰਮ ਕਰ ਮਤਲਬ ਉਹਨਾਂ ਕੋਲ ਲੈ ਕੇ ਉਹਨੂੰ ਮਤਲਬ ਕੰਮ ਨਹੀਂ ਸੀ ਕਰਦਾ। ਮਜਬੂਰੀ ਦੇ ਵਿੱਚ ਸਾਨੂੰ ਮਤਲਬ ਲੱਗਾ ਵੀ ਇਹ ਹੁਣ ਇਹਦੇ ਜਿਹੜੀ ਇੱਥੇ ਕੁਰਸੀ ਤੇ ਬੈਠਣਾ ਠੀਕ ਨਹੀਂ ਹੈਗਾ। ਪਰ ਤੁਹਾਨੂੰ ਪਤਾ ਉਸ ਵੇਲੇ ਜਦੋਂ ਫਿਰ ਕਾਂਗਰਸ ਨੋ ਕੌਨਫੀਡੈਂਸ ਉਹਨੂੰ ਪੁੱਛ ਕੇ ਪਾਇਆ ਸੀ, ਉਹ ਕਹਿੰਦੇ ਸੀ ਪਾ ਦਿਓ। ਫਿਰ ਉਹ ਜਦੋਂ ਮਤਲਬ ਉਹ ਕਾਂਗਰਸ ਦੇ ਨਾਲ ਮਿਲ ਕੇ ਉਹਨੂੰ ਫਿਰ ਬਚਾ ਲਿਆ ਗਿਆ। ਉਹੀ ਕਾਂਗਰਸ ਦੇ ਮੈਂਬਰ ਜਿਹੜੇ ਉਹਨੂੰ ਕਹਿੰਦੇ ਸੀ ਵੀ ਇਹਨੂੰ ਲਾਣਾ ਹੀ ਲਾਣਾ ਹੈਗਾ, ਹਰ ਮੀਟਿੰਗ ਦੇ ਵਿੱਚ ਉਹ ਰੌਲਾ ਪਾਉਂਦੇ ਸੀ, ਲੇਕਿਨ ਉਹਨਾਂ ਦੇ ਨਾਲ ਹੀ ਉਹ ਫਿਰ ਜਿਹੜੀ ਉਹਨਾਂ ਦੀ ਰਾਤ ਵਾਲੀ ਜਿਹੜੀ ਮਿਲਣੀ ਸੀਗੀ ਉਹ ਜਗਜ਼ਾਰ ਹੋ ਗਈ। ਕੀ ਕਾਂਗਰਸ ਕੋਲ ਕੋਈ ਅਜਿਹਾ ਆਪਣਾ ਉਮੀਦਵਾਰ ਨਹੀਂ ਸੀਗਾ, ਅਜਿਹਾ ਕੋਈ ਜ਼ਿੰਮੇਵਾਰ ਪਰਸਨ ਨਹੀਂ ਸੀ ਜਿਸ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਸੀ? ਤੁਹਾਡੇ ਹੀ ਪਾਰਟੀ ਚੋਂ ਜਿਹਨੂੰ ਨੋ ਕੌਨਫੀਡੈਂਸ ਤੁਸੀਂ ਮਤਾ ਪਾਇਆ ਉਸ ਨੂੰ ਹੀ ਕਾਂਗਰਸ ਨੇ ਪ੍ਰਧਾਨ ਬਣਾਤਾ। ਦੇਖੋ, ਦੂਸਰੀ ਪਾਰਟੀ ਦੇ ਵਾਸਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ, ਪਰ ਮੈਨੂੰ ਇਹ ਲੱਗਦਾ ਵੀ ਜੇ ਅਸ਼ੋਕਪੁਰੀ ਨੂੰ ਹੀ ਉਹਨਾਂ ਨੇ ਪ੍ਰਧਾਨ ਰੱਖੇ, ਮਤਲਬ ਹੋ ਸਕਦਾ ਉਹਨਾਂ ਨੂੰ ਲੱਗਦਾ ਨਾ ਵੀ ਸਾਡੇ ਕੋਲ ਇਸ ਤਰ੍ਹਾਂ ਕੋਈ ਬੰਦਾ ਕੈਂਡੀਡੇਟ ਹੈਗਾ ਪ੍ਰਧਾਨ ਦਾ ਵੀ ਇਹਨੂੰ ਅਸੀਂ ਬਣਾ ਦਈਏ, ਜਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਅਸੀਂ ਖਿਲਰ ਜਾਣਾ। ਕੁਛ ਨਾ ਕੁਛ ਕਾਰਨ ਤਾਂ ਹੋ ਸਕਦੇ ਨਾ, ਪਰ ਮੈਂ ਦੂਜੀ ਪਾਰਟੀ ਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਉਹਨਾਂ ਦੀ ਮਜਬੂਰੀ ਹੈ ਜਾਂ ਉਹਨਾਂ ਦੀ ਮਤਲਬ ਯਾਨੀ ਕਿ ਇਹ ਕੋਈ ਰਾਜਨੀਤਿਕ ਚਾਲ ਸੀ। ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹਨਾਂ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਸੀ ਮੈਂਬਰ। ਤਾਂ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਜੇ ਕਾਂਗਰਸ ਆਪਣਾ ਦਾਅਵਾ ਰੱਖਦੀ ਹੈ ਤਾਂ ਉਹਨਾਂ ਕੋਲ ਇਸ ਵਾਰ ਵੀ ਕੋਈ ਅਜਿਹਾ ਚਿਹਰਾ ਹੈ ਨਹੀਂ ਹੈ? ਇਹ ਦੇਖੋ, ਪਾਰਟੀ ਨੇ ਤਾਂ ਮਤਲਬ ਜਦੋਂ ਕੋਈ ਇਲੈਕਸ਼ਨ ਜਿੱਤ ਹਾਰ ਹੋਣੀ ਹੈ, ਜਿੱਤਣ ਤੋਂ ਬਾਅਦ ਮੈਂਬਰ ਆਏ ਨੇ, ਉਹ ਫਿਰ ਜਿਸ ਤਰ੍ਹਾਂ ਦੀ ਜਿਹਦੀ ਮੈਜੋਰਟੀ ਹੋਊਗੀ ਉਹਨੇ ਕੋਈ ਨਾ ਕੋਈ ਤਾਂ ਆਪਣਾ ਪ੍ਰਧਾਨ ਬਣਾਉਣਾ ਹੀ ਹੈ। ਉਹ ਕੈਂਡੀਡੇਟ ਦੇ ਉੱਪਰ ਡਿਪੈਂਡ ਕਰਦਾ। 19 ਇਲੈਕਸ਼ਨ ਹੈ, 19 ਮੈਂਬਰ ਗਏ, 19 ਮੈਂਬਰ ਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਨਾ, ਚਾਹੇ ਉਹ ਲਾਇਕ ਹੈ ਚਾਹੇ ਨਾਲਾਇਕ ਹੈ, ਪ੍ਰਧਾਨ ਤਾਂ ਉਹਨੂੰ ਬਣੂਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਨੇ ਜਿਹੜਾ ਹੈਗਾ ਬੜੇ ਪੁੱਠੇ ਸਿੱਧੇ ਹੱਥ ਗੰਡੇ ਵੀ ਬਣਾਉਣੇ ਹੈਗੇ ਤੇ ਕਈ ਕੁਝ ਹੋਣਾ ਹੈਗਾ। ਹਾਲੇ ਤੱਕ ਤਾਂ ਸਰਕਾਰ ਨੇ ਜਿਹਦੀ ਸਾਨੂੰ ਇਹ ਲੱਗਦਾ ਵੀ ਨਗਰ ਕੌਂਸਲ ਦਾ ਪ੍ਰਧਾਨ ਹੈ ਸਾਡੀ ਪਾਰਟੀ ਦਾ ਬਣਨਾ, ਕਿਉਂਕਿ ਅਸੀਂ 19 ਦੇ 19 ਵਾਰਡ ਜਿੱਤਨੇ। ਤੇ ਇਸ ਵਾਰ ਜੇ ਅਸੀਂ ਗੱਲ ਕਰੀਏ ਜੋ ਇਲੈਕਸ਼ਨ ਹੈ ਈਵੀਐਮ ਮਸ਼ੀਨ ਦੇ ਮਾਧਿਅਮ ਰਾਹੀਂ ਹੋਏਗਾ ਤੇ 3 ਦਿਨ ਦਾ ਟਾਈਮ ਰੱਖਿਆ ਗਿਆ ਹੈ ਕਾਊਂਟਿੰਗ ਵਾਸਤੇ। ਤੁਸੀਂ ਕਿਵੇਂ ਦੇਖਦੇ ਹੋ, ਵਿਸ਼ਵਾਸ ਕਰਦੇ ਹੋ ਈਵੀਐਮ ਤੇ ਜੋ 3 ਦਿਨ ਦਾ ਸਮਾਂ ਰੱਖਿਆ ਗਿਆ ਹੈ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਤਾਂ ਇਹਦੇ ਵਿੱਚ ਸਰਕਾਰ ਦੀ ਕੋਈ ਬਹੁਤ ਡੂੰਘੀ ਚਾਲ ਲੱਗਦੀ। ਆਪਾਂ ਪਿਛਲੇ 2 ਇਲੈਕਸ਼ਨ ਈਵੀਐਮ ਮਸ਼ੀਨ ਦੇ ਨਾਲ ਹੀ ਲੜੇ ਔਰ ਈਵੀਐਮ ਮਸ਼ੀਨ ਦੇ ਜਦੋਂ VOTING ਹੋ ਜਾਂਦੀ, VOTING ਹੋਣ ਤੋਂ ਬਾਅਦ ਔਨ ਦੀ ਸਪੋਰਟ ਮੇਰੇ ਖਿਆਲ ਹੈ ਵੀ 15 ਕੁ ਮਿੰਟ ਦਾ ਸਮਾਂ ਲੱਗਦਾ। ਉਹਨਾਂ ਦੇ ਕੈਂਡੀਡੇਟ ਦੇ ਸਾਹਮਣੇ ਜਿਹੜੀ ਉਹਦੀ ਮਤਲਬ ਕਾਊਂਟਿੰਗ ਹੋ ਜਾਂਦੀ ਤੇ ਉੱਥੋਂ ਮੈਨੂੰ ਲੱਗਦਾ ਸਰਕਾਰ ਦਾ ਇਹਦੇ ਵਿੱਚ ਕੋਈ ਘਪਲੇਬਾਜ਼ੀ ਹੈ, ਕਿਉਂਕਿ ਸਰਕਾਰ ਦੀ ਜਿਹੜੀ ਹੈ ਚੋਣ ਸਰਕਾਰ ਦੀ ਫੋਰਸ ਨਹੀਂ ਕਰਨੀ ਹੈ, ਪੁਲਿਸ ਨਹੀਂ, ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਸਰਕਾਰ ਦੀ ਹੈ। ਅਸੀਂ ਤਾਂ ਮੰਗ ਕਰਦੇ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਕਦਮ ਉਠਾਇਆ ਹੀ ਹੈ, ਈਵੀਐਮ ਮਸ਼ੀਨਾਂ ਨੇ ਤੁਸੀਂ ਮਤਲਬ ਹੋ ਸਕਦਾ ਤੁਸੀਂ ਇਹਦੇ ਨਾਲ ਕੋਈ ਛੇੜਖਾਨੀ ਕਰੋਗੇ। ਔਰ ਦੂਸਰਾ ਇਹ ਵੀ ਅਸੀਂ ਮੰਗ ਕੀਤੀ ਹੈ ਸਰਕਾਰ ਸਾਡੀ ਜਿਹੜੀ ਸਟੇਟ ਲੀਡਰਸ਼ਿਪ ਨੇ ਗਵਰਨਰ ਸਾਹਿਬ ਕੋਲ ਵੀ ਗਏ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਕਦਮ ਲੈਣਾ ਹੀ ਹੈ ਪਹਿਲਾਂ ਤੁਹਾਨੂੰ ਕਰਾਣੀ ਉਸੇ ਦਿਨ ਚਾਹੀਦੀ ਸੀ ਕਾਊਂਟਿੰਗ, ਪਹਿਲੀ ਵਾਰੀ ਹੋ ਰਿਹਾ ਹੈ। ਪਹਿਲੀ ਵਾਰੀ ਹੋ ਰਿਹਾ। ਜੇ ਤੁਸੀਂ ਇਸ ਤਰ੍ਹਾਂ ਦਾ ਕਰਾਣਾ ਹੀ ਹੈ ਵੀ ਤੁਹਾਨੂੰ ਇੱਕ ਐਸੀ ਤਰ੍ਹਾਂ ਦਿੱਕਤ ਕਿ ਆ ਗਈ ਵੀ 3 ਦਿਨ ਦੀ ਲੋੜ ਪੈ ਗਈ, ਉਹ ਵੀ 3 ਦਿਨ ਦੀ, ਜਿਹੜਾ 5 ਮਿੰਟ ਦਾ ਕੰਮ ਹੈ ਤੁਸੀਂ 3 ਦਿਨ ਉਸ ਮਸ਼ੀਨਾਂ ਦੀ ਸਿਕਿਉਰਿਟੀ ਵਾਸਤੇ ਲਗਾਉਣੇ ਆ, ਮਸ਼ੀਨਾਂ ਨੂੰ ਲੈ ਕੇ ਜਾਣਾ ਅੱਗੇ ਪਿੱਛੇ। ਉਹ ਫਿਰ ਤੁਸੀਂ ਉਸ ਮਸ਼ੀਨ ਤੇ ਕਿਸੇ ਨੂੰ ਕਿਆ ਸਿਕਿਉਰਿਟੀ ਹੈ? ਜੇ ਕਰਾਣਾ ਹੀ ਇਸ ਤਰ੍ਹਾਂ ਦਾ ਕੰਮ ਹੈ ਤਾਂ ਪੈਰਾਮਿਲਟਰੀ ਫੋਰਸ ਸੈਂਟਰ ਦੀ ਸਿਕਿਉਰਿਟੀ ਫੋਰਸ ਲੱਗਣੀ ਚਾਹੀਦੀ ਤਾਂ ਜੋ ਮਤਲਬ ਜਿਹੜਾ ਉਹ ਭਵਿੱਖ ਜਿਹੜਾ ਉਹਦੇ ਨਾਲ ਜਿਹੜੀ ਈਵੀਐਮ ਦਾ ਛੇੜਖਾਨੀ ਨਾ ਹੋਵੇ। ਡਾਕਟਰ ਸਾਹਿਬ, ਪਿਛਲੀ ਕੌਂਸਲ ਦੀ ਗੱਲ ਕਰੀਏ ਤਾਂ ਇੱਕ ਮੁੱਦਾ ਕਾਫੀ ਗਰਮਾਉਂਦਾ ਰਿਹਾ ਕਿ ਮੀਡੀਆ ਦੀ ਐਂਟਰੀ ਉਤੇ ਬੈਨ ਰੱਖਿਆ ਗਿਆ ਹੈ। ਤੁਸੀਂ ਕੀ ਮੰਨਦੇ ਹੋ, ਅਜਿਹਾ ਕਿਉਂ ਕੀਤਾ ਗਿਆ? ਕਿਉਂ ਮੀਡੀਆ ਦੀ ਐਂਟਰੀ ਤੇ ਬੈਨ ਰੱਖਿਆ ਗਿਆ? ਕਿਉਂ ਕੋਈ ਜਿਹੜਾ ਕੌਂਸਲਰ ਹੈ ਇਸ ਦੇ ਲਈ ਨਹੀਂ ਬੋਲਿਆ, ਮੀਡੀਆ ਨਾਲ ਨਹੀਂ ਖੜਿਆ? ਨਹੀਂ, ਮੀਡੀਆ ਦੇ ਨਾਲ ਦੇਖੋ ਸਾਰੇ ਕੌਂਸਲਰ ਖੜੇ ਸੀਗੇ, ਲੇਕਿਨ ਕੁਝ ਜਦੋਂ ਮੈਨੂੰ ਪਤਾ ਯਾਦ ਹੈ ਵੀ ਉਸ ਇੱਕ ਮੀਟਿੰਗ ਦੇ ਵਿੱਚ ਮੀਡੀਆ ਦੇ ਨਾਲ ਹੀ ਕੁਝ ਲੋਕਾਂ ਦੀ ਲੜਾਈ ਹੋ ਗਈ ਸੀ, ਮੀਡੀਆ ਆਪਸ 'ਚ ਹੀ ਲੜ ਪਿਆ ਸੀ। ਕੁਝ ਲੋਕਾਂ ਦੀ, ਕੁਝ ਮੈਂਬਰ ਦੀ ਇਹ ਵੀ ਆਦਤ ਹੈ ਵੀ ਜਦੋਂ ਕੈਮਰਾ ਆਉਂਦਾ ਕੈਮਰਾ ਦੇਖ ਕੇ ਉਹ ਪਹਿਲਾਂ ਸ਼ਾਇਦ ਨਾ ਹੀ ਬੋਲੇ ਲੇਕਿਨ ਕੈਮਰੇ ਨੂੰ ਦੇਖ ਕੇ ਥੋੜਾ ਹੋਰ ਵੀ ਯਾਨੀ ਕਿ ਭਾਵੁਕ ਹੋ ਜਾਂਦਾ। ਉਸ ਸਮੇਂ ਦੌਰਾਨ ਮੈਨੂੰ ਯਾਦ ਹੈ ਲੜਾਈ ਹੋਈ ਸੀਗੀ, ਫਿਰ ਉਹ ਮਤਾ ਪੈ ਗਿਆ ਸੀਗਾ, ਡਾਇਰੈਕਟੋਰੇਟ ਤੋਂ ਪਾਸ ਹੋ ਗਿਆ। ਉਸ ਤੋਂ ਬਾਅਦ ਹਾਲੇ ਤੱਕ ਤਾਂ ਕਿਸੇ ਨੇ ਆਵਾਜ਼ ਨਹੀਂ ਉਠਾਈ, ਪਰ ਜੇ ਨਗਰ ਕੌਂਸਲ 'ਚ ਅਸੀਂ ਦੁਬਾਰਾ ਚੁਣ ਕੇ ਆਉਂਦੇ, ਮੈਂ ਇਹ ਵਿਸ਼ਵਾਸ ਦਿਵਾਉਂਦਾ ਜਿਸ ਤਰ੍ਹਾਂ ਵਿਧਾਨ ਸਭਾ
ਜਾਂ ਲੋਕ ਸਭਾ ਦੀ ਜਿਹੜੀ ਹੈ ਉਹਦੀ ਸਿੱਧੀ ਰਿਕਾਰਡਿੰਗ ਜਿਹੜੀ ਲਾਈਵ ਚੱਲਦੀ ਹੈ, ਤੇ ਅਸੀਂ ਵੀ ਵਿਸ਼ਵਾਸ ਦਿੰਦੇ ਮੀਡੀਆ ਦੀ ਐਂਟਰੀ ਜਿਹੜੀ ਉਹ ਅੰਦਰ ਹੋਣੀ ਚਾਹੀਦੀ। ਬਿਲਕੁਲ, ਕਿਉਂਕਿ ਜੋ ਮੀਡੀਆ ਚੌਥਾ ਸਤੰਭ ਗਿਣਿਆ ਜਾਂਦਾ ਹੈ। ਜੇ ਮੀਡੀਆ ਹੀ ਲਾਈਵ ਕਵਰੇਜ ਦਿਖਾਏਗਾ ਤਾਂ ਆਮ ਜੋ ਵਾਰਡ ਵਾਸੀ ਆ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਜੋ ਉਹਨਾਂ ਦਾ ਨੁਮਾਇੰਦਾ ਹੈ ਉਹਨਾਂ ਲਈ ਕਿੰਨੀ ਆਵਾਜ਼ ਉਠਾਉਂਦਾ ਹੈ। ਪਰ ਜਦੋਂ ਇਹ ਮਤਾ ਪਾਇਆ ਗਿਆ ਸੀਗਾ ਉਸ ਟਾਈਮ ਜੇ ਗੱਲ ਕਰੀਏ ਤਾਂ ਤੁਹਾਡੀ ਹੀ ਕੌਂਸਲ ਸੀਗੀ। ਲੜਾਈ ਦੀ ਗੱਲ ਕਰਦੇ ਆ ਤਾਂ ਉਹ ਮਾਮਲਾ ਸੌਟ ਆਊਟ ਕੋਰਟ 'ਚ ਗਿਆ ਸੀਗਾ, ਸੌਟ ਆਊਟ ਹੋ ਚੁੱਕਿਆ ਹੈ। ਜਦੋਂ ਮਾਮਲਾ ਹੀ ਸੌਟ ਆਊਟ ਹੋ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਕਿਉਂ ਨਹੀਂ ਕੋਸ਼ਿਸ਼ ਕੀਤੀ? ਦੇਖੋ, ਮੈਂ ਇੱਕ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਦਾ ਇੱਕ ਛੋਟਾ ਜਿਹਾ ਕਾਰਜਕਰਤਾ ਹੈ, ਉਸ ਤੋਂ ਬਾਅਦ ਮੈਂ ਮੈਂਬਰ ਹੈ। ਲੇਕਿਨ ਮੈਂਬਰ ਜਿਹੜਾ ਹੈ ਉਹਦੇ ਤੁਹਾਨੂੰ ਪਤਾ ਹੀ ਹੈ ਵੀ ਉਹਦੀ ਕਿਆ ਮਜਬੂਰੀਆਂ। ਨਗਰ ਕੌਂਸਲ ਦੇ ਵਿੱਚ ਇੱਕ ਐਮਸੀ ਦੀ ਜਿਹੜੀ ਪਾਵਰ ਹੈ ਉਹ ਇੱਕ ਸਵਾਏ ਮਤਾ ਪਾਸ ਕਰਾਉਣ ਤੇ ਉੱਪਰ ਕੁਝ ਨਹੀਂ ਹੈਗਾ। ਤੁਸੀਂ ਤੁਹਾਡਾ ਆਪਣੇ ਕੰਮ ਦੇ ਵਿੱਚ ਕੋਈ ਗਲੀ ਜਾਂ ਕੋਈ ਸੀਵਰੇਜ ਦਾ ਕੰਮ ਕਰਨਾ, ਉਹ ਗਲੀ ਜਾਂ ਸੀਵਰੇਜ ਦਾ ਮਤਾ ਤੁਸੀਂ ਉੱਥੇ ਜਿਹੜੀ ਟੈਕਨੀਕਲ ਅਥਾਰਟੀ ਹੈ ਉਹਨੂੰ ਦੱਸਣਾ, ਉਹਨਾਂ ਨੇ ਉਹਦੇ ਐਸਟੀਮੇਟ ਬਣਨੇ ਤੇ ਮਤਾ ਉੱਥੇ ਜਾ ਕੇ ਕੌਂਸਲ 'ਚ ਆ ਜਾਣਾ। ਉਹ ਮਤਾ ਪਾਸ ਹੋ ਗਿਆ, ਐਮਸੀ ਦਾ ਇੰਨਾ ਰੋਲ ਹੈ। ਉਸ ਤੋਂ ਬਾਅਦ ਉਹ ਮਤਾ ਟੈਂਡਰ ਕਦ ਲੱਗਿਆ, ਉਹ ਕੰਮ ਠੀਕ ਹੋਇਆ, ਕੰਮ ਗਲਤ ਹੋਇਆ, ਨਾ ਉਹਦੇ 'ਚ ਕੋਈ ਐਮਸੀ ਦਾ ਰੋਲ, ਨਾ ਉਹ ਐਮਸੀ ਨੂੰ ਕੋਈ ਅਥਾਰਟੀ ਉਹ ਚੈੱਕ ਕਰ ਸਕੇ। ਇੰਨਾ ਕੁ ਕੰਮ ਹੈ। ਬਾਕੀ ਜੋ ਉਸ ਸਮੇਂ ਦੇ ਈਓ ਸਾਹਿਬ ਜਾਂ ਮੌਜੂਦਾ ਪ੍ਰਧਾਨ ਹੈ ਜਾਂ ਕਹਿ ਲਓ ਲੀਡਰਸ਼ਿਪ ਉੱਪਰ ਦੀ ਹੈਗੀ, ਜੋ ਉਹਨਾਂ ਨੇ ਕਹਿਣਾ ਉਹ ਹੋਣਾ। ਬਾਕੀ ਤਾਂ ਯਾਨੀ ਕਿ ਇੱਕ ਮੈਂਬਰ ਦਾ ਉਹ ਤਾਂ ਇੱਕ ਜਾ ਕੇ ਹਾਜ਼ਰੀ ਲਵਾਉਣ ਵਾਲਾ ਕੰਮ ਹੈ। ਬਾਕੀ ਤੁਸੀਂ ਆਪਣਾ ਜੋ ਪਿਛਲਾ ਟਾਈਮ ਸੀਗਾ ਤੁਸੀਂ ਕਿਹੜੇ ਵਿਕਾਸ ਦੇ ਕੰਮ ਅਜਿਹੇ ਕੀਤੇ ਜਿਹੜਾ ਉਸ ਤੋਂ ਪ੍ਰੇਰਿਤ ਹੋ ਕੇ ਨਵੇਂ ਵਾਰਡ ਦੇ ਵਿੱਚ ਜੋ ਵਸਨੀਕ ਨੇ ਤੁਹਾਨੂੰ ਵੋਟ ਪਾਉਣ ਤੇ ਤੁਹਾਨੂੰ ਜਿਤਾਉਣ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਜਦੋਂ ਮੇਰੇ ਆਉਣ ਤੋਂ ਪਹਿਲਾਂ ਨਾ ਤਾਂ ਸੀਵਰੇਜ ਸੀਗੀ ਨਾ ਪਾਣੀ ਦੀ ਵਿਵਸਥਾ, ਉਹ ਆਪਾਂ ਕਰਾਈ। ਦੂਸਰਾ, ਮੇਰਾ ਜਿਹੜਾ ਇੱਕ ਵਾਰਡ ਸੀਗਾ ਉਹ ਇੱਕ ਮੌਜੋਵਾਲ ਤੋਂ ਸ਼ੁਰੂ ਹੋ ਕੇ ਅਜੋਲੀ ਮੋੜ ਤੱਕ ਜਾਂਦਾ ਸੀ। ਇਹਦੇ ਵਿੱਚ ਸਭ ਤੋਂ ਵੱਧ ਮੰਦਿਰ ਜਾਂ ਗੁਰਦੁਆਰੇ, ਸਕੂਲ, ਕਾਲਜ, ਟੈਕਨੀਕਲ ਕਾਲਜ, ਔਰ ਜਿਹੜਾ ਇੱਕ ਸਾਡਾ ਉੱਥੇ ਜੰਝ ਘਰ ਇੱਕ ਬਣਿਆ ਸੀ ਬਹੁਤ ਛੋਟਾ, ਤੇ ਉਹਦੇ ਵਿੱਚ ਲਗਭਗ 50 ਲੱਖ ਰੁਪਇਆ ਮੈਂ ਲਾ ਕੇ ਉਹਨੂੰ ਜਾਣੀ ਕਿ ਉਹਦਾ ਰੈਨੋਵੇਟ ਕਰਕੇ ਉਹਨੂੰ ਐਡਵਾਂਸ ਉਹਦੇ 'ਚ ਜੋ ਵੀ ਕੰਮ ਸੀਗਾ ਉਹ ਕਰਾਇਆ। ਇੱਕ ਹਾਲ ਬਣਾਇਆ, ਉਹਦੀ ਦੂਜੀ ਸੀਲਿੰਗ ਕਰਾਈ, ਉਹਦੀ ਲਾਈਟ ਨਹੀਂ ਸੀ ਉਹ 'ਚ ਲੱਗੀ, ਲਾਈਟ ਲੱਗੀ, ਪੱਖੇ ਲਵਾਏ, ਉਹ ਕੰਮ ਕਰਿਆ। ਉਸ ਤੋਂ ਬਾਅਦ ਸਾਡੇ ਵਾਰਡ ਦੇ ਵਿੱਚ ਮੌਜੂਵਾਲ 'ਚ 6 ਮੰਦਿਰ ਹੈ, ਉੱਥੇ ਲਗਭਗ 65 ਲੱਖ ਰੁਪਈਆ, ਨਹੀਂ ਤਾਂ ਮੰਦਿਰ ਦੇ ਵਿੱਚ ਇਤਿਹਾਸ ਹੈ ਲੱਗਦਾ ਨਹੀਂ ਹੈਗਾ ਬੜੀ। ਪਰ ਅਸੀਂ ਬੜੇ ਹੋਰ ਟੈਕਨੀਕਲ ਢੰਗ ਦੇ ਨਾਲ ਮੰਦਿਰ ਦੇ ਵਿੱਚ ਆਪਾਂ 20 ਲੱਖ ਦਾ ਹੱਲ ਬਣਾਇਆ, 20 ਲੱਖ ਦੇ ਪੇਵਰ ਲਵਾਏ, 5 ਲੱਖ ਰੁਪਏ ਦਾ ਉੱਥੇ ਲੈਟਰਨ ਬਾਥਰੂਮ ਬਣਾਏ, 5.5 ਲੱਖ ਦੀ ਆਪਾਂ ਹਾਈ ਮਾਸ ਲਾਈ, 3 ਲੱਖ ਰੁਪਏ ਦੇ ਉੱਥੇ ਆਪਾਂ ਰਾਮਲੀਲਾ ਸਟੇਜ ਬਣਾਈ। ਐਜਿਟ ਜੇ ਬਾਬਾ ਉਦੋਂ ਆਪਾਂ ਕੰਮ ਕਰਿਆ। ਬਾਬਾ ਉਦੋਂ ਜਿਹੜੀ ਕਿ 3 ਘਾਟ ਹੈ ਉੱਥੇ 3 ਮੰਦਿਰ ਲੱਗ ਹੈ। ਗਊਸ਼ਾਲਾ ਦੇ ਮੰਦਿਰ ਦੇ ਲਗਭਗ 20 ਲੱਖ ਰੁਪਏ ਦੇ ਆਪਾਂ ਘਾਟ ਬਣਾਏ। ਨਾਲ ਜਿਹੜਾ ਮੇਨ ਮੰਦਿਰ ਉਹਦਾ ਘਾਟ ਬਣਾਇਆ। ਦੂਜਾ ਸੀਗਾ ਕਾਫੀ ਲਗਭਗ 50-60 ਲੱਖ ਰੁਪਏ ਹੋਰ ਸੀਗਾ, ਉਹ ਜਿਹੜਾ ਉੱਥੇ NFL ਨੇ ਲੱਗਣ ਨਹੀਂ ਦਿੱਤਾ। ਐਜਿਟ ਇੱਕ ਸਾਡਾ ਉੱਥੇ ਵਾਲਮੀਕ ਮੰਦਿਰ ਹੈ। ਵਾਲਮੀਕ ਮੰਦਿਰ ਦੇ ਵਿੱਚ ਮੈਂ 30 ਲੱਖ ਰੁਪਇਆ, 20 ਲੱਖ ਰੁਪਏ ਦਾ ਹਾਲ ਤੇ 10 ਲੱਖ ਦੇ ਪੇਵਰ, ਇੱਕ 5 ਲੱਖ ਰੁਪਏ ਦਾ ਬਾਅਦ ਚ ਫਿਰ ਹਾਲ ਦਾ ਲਾਇਆ। ਐਜਿਟ ਇੱਕ ਸਾਡੇ ਇੱਕ ਮਲੂਕਪੁਰ ਜੱਸਾ ਸਿੰਘ ਸਟੇਡੀਅਮ ਦੇ ਨਾਂ ਤੇ ਪੈਂਦਾ, ਉਹ ਜੱਸਾ ਸਿੰਘ ਸਟੇਡੀਅਮ ਦੇ ਵਿੱਚ ਲਗਭਗ 1 ਕਰੋੜ ਰੁਪਏ ਪਾਸ ਕਰਾਇਆ ਹੋਇਆ ਸੀ। ਉਹ 1 ਕਰੋੜ ਰੁਪਏ ਦੇ ਵਿੱਚ ਲਗਭਗ ਉੱਥੇ 20 ਲੱਖ ਰੁਪਏ ਦੇ ਸਟੈਪ ਬਣ ਚੁੱਕੇ ਹੈ, 20 ਲੱਖ ਰੁਪਏ ਦੀ ਉੱਥੇ ਜਿਹੜੀ ਹੈ ਉਹ ਬਾਉਂਡਰੀ ਵਾਲ ਹੋ ਚੁੱਕੀ, ਤੇ 10 ਲੱਖ ਰੁਪਏ ਦੇ ਉੱਥੇ ਪੇਵਰ ਲੱਗ ਚੁੱਕੇ, ਉਹ 5.5 ਲੱਖ ਦੀ ਹਾਈ ਮਾਸ ਲੱਗ ਚੁੱਕੀ। ਕੁਝ ਕੰਮ ਰਹਿੰਦਾ, ਉਹ ਸਾਡੀ ਸਰਕਾਰ 17 ਚ ਨਾ ਹੋਣ ਕਰਕੇ ਕੁਝ ਕੰਮ ਰਹਿ ਗਏ ਸੀਗੇ। ਐਜਿਟ ਚ PACL PNFC ਦੇ ਵਿੱਚ ਇੱਕ ਸ਼ਿਵ ਮੰਦਿਰ ਹੈ, ਉਸ ਸ਼ਿਵ ਮੰਦਿਰ ਦੇ ਵਿੱਚ ਉੱਥੇ ਅਸੀਂ ਮਤਲਬ ਇੱਕ ਸ਼ੈੱਡ ਬਣਾਈ, ਉੱਥੇ ਪੇਵਰ ਲਗਾਏ, ਉਹਨਾਂ ਜਿੱਥੇ ਲੰਗਰ ਹਾਲ ਹੈ। ਗੁਰਦੁਆਰਾ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸ਼ੈੱਡ ਬਣਾਈ, ਉੱਥੇ ਪੇਵਰ ਲਾਏ। ਅੱਜ ਵੀ ਕੰਮ ਚੱਲ ਰਹੇ। ਲੇਕਿਨ ਹੁਣ ਸਰਕਾਰ ਨੇ ਕਿਆ ਕਰਿਆ, ਹੁਣ ਜਦੋਂ ਸਰਕਾਰ ਦੁਬਾਰਾ ਆਈ, ਉਸ ਸਰਕਾਰ ਨੇ ਮਤਲਬ ਇਲੈਕਸ਼ਨ ਤੇ ਜਿਹੜੀ ਮਾਰਚ ਤੋਂ ਬਾਅਦ ਸਾਡੀ ਟਰਮ ਖਤਮ ਹੋਣ ਤੋਂ ਬਾਅਦ ਹੁਣ ਇਲੈਕਸ਼ਨ ਜਿਹੜੇ ਸਰਕਾਰ ਜਿਹੜੀ ਪੇਵਰਾਂ ਦੇ ਉੱਪਰ ਪੇਵਰ ਪੱਟ ਕੇ ਲਾ ਰਹੀ। ਔਰ ਭਰਥਰੀ ਮੰਦਿਰ ਮੈਨੂੰ ਯਾਦ ਆ ਗਿਆ, ਭਰਥਰੀ ਮੰਦਿਰ ਦੇ ਮੂਹਰੇ ਇੱਕ ਨਾਲਾ ਜਾਂਦਾ ਸੀ ਗੰਦਾ, ਉੱਥੇ ਲਗਭਗ 20 ਲੱਖ ਰੁਪਏ ਲਾ ਕੇ ਮੈਂ ਇੱਕ ਸਲੈਬ ਪਾ ਕੇ ਉਹਨੂੰ ਕਵਰ ਕਰਾਇਆ। ਉਸ ਤੋਂ ਬਾਅਦ ਨਾਲ ਉੱਥੇ ਪੇਵਰ ਲਗਾਏ। ਇਹ ਛੋਟੇ ਛੋਟੇ ਜੋ ਵੀ ਹੋਰ ਕੰਮ ਸੀਗੇ, ਹਾਈ ਮਾਸਟਰ ਲਾਈਆਂ, ਫਾਰਮੇਸੀ ਕਾਲਜ ਲਾਈ, ਸ਼ਿਵਾਲੇ ਕਾਲਜ ਦੀ ਗੱਲ ਕਰੀਏ, ਸ਼ਿਵਾਲੇ ਕਾਲਜ ਦੇ ਵਿੱਚ ਵੀ ਲਗਭਗ 1 ਕਰੋੜ ਰੁਪਏ ਪਾਸ ਕਰਾਇਆ ਸੀ। ਉਸ 1 ਕਰੋੜ ਦੇ ਵਿੱਚੋਂ ਮੇਰੇ ਖਿਆਲ ਹੈ ਉੱਥੇ 40-50 ਲੱਖ ਰੁਪਏ ਦੇ ਵਿੱਚ ਉੱਥੇ ਅੰਦਰ ਪੇਵਰ ਲੱਗੇ, ਰੋਡ ਸੜਕ ਬਣੀਆਂ ਹੈਗੀਆਂ, ਵਾਈਟ ਵਾਸ਼ ਦਾ ਵੀ ਕੰਮ ਹੋਇਆ। ਐਜਿਟ ਸਾਡਾ NSC ਹਾਈ ਸਕੂਲ ਹੈ, ਹਾਈ ਸਕੂਲ ਦੇ ਵਿੱਚ ਵੀ ਅਸੀਂ ਕੰਮ ਕਾਫੀ ਕੀਤੇ। ਹਾਈ ਸਕੂਲ ਦੀ ਉਹਦੀ ਕੋਈ ਬਿਲਡਿੰਗ ਜਿਹੜੀ ਹੈ ਉਹਦੇ ਟਾਈਲ ਟੈਰੈਂਸ ਹੋਣੀ ਸੀਗੀ, ਵਾਈਟ ਵਾਸ਼ ਹੋਣਾ ਸੀਗਾ, ਹੋਰ ਕਈ ਕੰਮ ਸੀਗੇ, RO ਵਾਟਰ ਦਾ ਸੀਗਾ।
ਤੇ ਉੱਥੇ ਰਿਪੇਅਰ ਉਹ ਲਗਭਗ 40-50 ਲੱਖ ਰੁਪਏ ਦਾ ਕੰਮ ਕੀਤਾ। ਕੰਪਿਊਟਰ ਲੈਬ ਬਣਾਈ, ਬੱਚਿਆਂ ਨੂੰ ਕੰਪਿਊਟਰ ਵਧੀਆ ਲੈ ਕੇ ਦਿੱਤੇ। ਫਾਰਮੇਸੀ ਕਾਲਜ ਦੇ ਵਿੱਚ ਵੀ, ਫਾਰਮੇਸੀ ਕਾਲਜ ਦੀ ਕਾਫੀ ਅਸੀਂ ਉੱਥੇ ਯਾਨੀ ਕਿ ਉੱਥੇ ਕੰਟੀਨ ਵੀ ਬਣਾਈ, 20 ਲੱਖ ਰੁਪਏ ਲਾਇਆ, ਪੇਵਰ ਲੱਗੇ, ਔਰ ਜਿਮ ਬਣਾਇਆ ਉੱਥੇ ਅਸੀਂ। ਜਿਮ ਜਿਹੜਾ ਹੈਗਾ 10-20 ਲੱਖ ਰੁਪਏ ਲਾ ਕੇ ਜਿਮ ਬਣਾਈ, ਉਹਦੇ ਵਿੱਚ ਵਧੀਆ ਇਕਵਿਪਮੈਂਟ ਲੈ ਕੇ ਲਿਆਂਦੇ। ਉੱਥੇ ਲਾਈਟ ਇੱਕ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਅਸੀਂ ਇੱਕ ਟੈਂਕੀ ਬਣਾਈ ਪਾਣੀ, ਜਿੱਦਾਂ ਪਾਣੀ ਲੋਕਾਂ ਦੇ ਘਰਾਂ 'ਚ ਚੜ੍ਹਦਾ ਨਹੀਂ ਹੈਗਾ, ਤੇ ਉਹ ਟੈਂਕੀ ਬਣਾਉਣ ਦੇ ਨਾਲ ਜਿੱਦਾਂ 3 ਮੰਜ਼ਿਲ ਹੈਗੇ, ਹੁਣ ਲੋਕਾਂ ਦੇ ਘਰ ਪਾਣੀ ਵਧੀਆ ਚੜ੍ਹਦਾ। ਇਸ ਤਰ੍ਹਾਂ ਦੇ ਸਾਰੇ ਵਾਰਡ ਦੇ ਵਿੱਚ ਸਾਰੀਆਂ ਜਦੋਂ ਅਸੀਂ ਸੀਵਰੇਜ ਪਾਣੀ ਦੀ ਪਾਈ, ਸਾਰੀ ਸੜਕਾਂ ਟੁੱਟੀਆਂ, ਮੁੜ ਕੇ ਸਾਰੀਆਂ ਸੜਕਾਂ ਦੇ ਵਿੱਚ ਅਸੀਂ ਵਧੀਆ ਬਣਾ ਕੇ ਸੀਵਰੇਜ ਵਾਟਰ ਸਪਲਾਈ। ਤੇ ਮੈਂ ਤਾਂ ਇਹ ਸਮਝਦਾ ਜਿਸ ਵਾਰਡ ਦੇ ਵਿੱਚ ਪਾਣੀ, ਸੀਵਰੇਜ, ਸਫਾਈ ਤੇ ਲਾਈਟ ਤੇ ਇਹ ਸਾਰੇ ਜੇ ਵਿਵਸਥਾ ਠੀਕ ਹੈ ਤਾਂ ਉਹ ਸਭ ਤੋਂ ਸੁੰਦਰ ਵਾਰਡ ਗਣੇ ਆ। ਅੱਜ ਮੇਰਾ ਜਿਹੜਾ ਵਾਰਡ ਨੰਬਰ 12 ਉਸ ਦੇ ਵਿੱਚ ਕਤਾਰ ਦੇ ਵਿੱਚ। ਡਾਕਟਰ ਸਾਹਿਬ, ਜਦੋਂ 2017 'ਚ ਸਰਕਾਰ ਚੇਂਜ ਹੋ ਗਈ, ਕਿਆ ਉਸ ਤੋਂ ਬਾਅਦ ਵੀ ਤੁਹਾਡੇ ਕੰਮ ਹੁੰਦੇ ਰਹੇ ਜਾਂ ਰੁਕ ਗਏ? ਦੇਖੋ, ਕੰਮ ਰੋਕਣ ਦੀ ਕੋਸ਼ਿਸ਼ ਬਹੁਤ ਕੀਤੀ ਗਈ। ਮੈਂ ਧੰਨਵਾਦ ਕਰਦਾ ਸਾਰੇ ਅਫਸਰਾਂ ਦਾ ਜਿਨ੍ਹਾਂ ਨੇ ਸਾਡੇ ਸੱਜੇ ਖੱਬੇ ਹੋ ਗਏ, ਉਹ ਸਾਡੇ ਜਿਹੜੇ ਕੰਮ ਉਹ ਕਰਾਏ ਹੈ। ਮੈਂ ਉਹ ਸਾਰੇ ਅਫਸਰਾਂ ਦਾ, ਸਾਰੇ ਜਿਹੜੇ ਕੌਂਸਲ ਧੰਨਵਾਦ। ਲੇਕਿਨ ਕਿਸੇ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸਾਰੇ ਜਿਹੜੀ ਪਿਆਰ ਸਦਕੇ ਸਾਡੇ ਕੰਮ ਹੋਏ ਹੈ। ਔਰ ਲਗਭਗ ਦੂਜੀ ਟਰਨ ਦੇ ਵਿੱਚ ਮੈਂ ਇਹਨੂੰ ਬੜੇ ਮਾਣ ਨਾਲ ਕਹਿੰਦਾ, ਜਿੱਥੇ ਮੈਂ ਪਹਿਲੀ ਟਰਨ ਦੇ ਵਿੱਚ 21 ਕਰੋੜ ਤੋਂ ਵੱਧ ਖਰਚ ਕੀਤਾ ਆਪਣੇ ਵਾਰਡ ਦੇ ਵਿੱਚ, ਔਰ ਦੂਜੀ ਟਰਨ ਦੇ ਵਿੱਚ ਮੈਂ 11 ਕਰੋੜ ਤੋਂ ਵੱਧ ਕੰਮ ਖਰਚ ਕੀਤਾ। ਡਾਕਟਰ ਸਾਹਿਬ, ਇੱਕ ਕੁਐਸਚਨ ਜਾਣਨਾ ਚਾਹੁੰਦੇ ਆ ਕਿ ਜਦੋਂ ਓਪੋਜੀਸ਼ਨ ਦਾ ਕੈਂਡੀਡੇਟ ਹੁੰਦਾ ਹੈ ਤਾਂ ਸਰਕਾਰ ਉਸਦੇ ਕੰਮ ਨਹੀਂ ਕਰਦੀ, ਜਦੋਂ ਕਿ ਉਸ ਵਾਰਡ ਦੇ ਵਸਨੀਕ ਹੈ ਉਹਨਾਂ ਨੇ ਵੀ ਵੋਟਾਂ ਪਾਈਆਂ ਹੁੰਦੀਆਂ, ਅਜਿਹੀ ਪਾਰਸ਼ੈਲਿਟੀ ਕਿਉਂ ਕੀਤੀ ਜਾਂਦੀ ਹੈ? ਦੇਖੋ, ਸਰਕਾਰ ਧੱਕਾ ਤਾਂ ਕਰਦੀ ਹੈ। ਸਰਕਾਰ ਨੂੰ ਇਹ ਲੱਗਦਾ ਵੀ ਜੇ ਹੁਣ ਇਲੈਕਟਡ ਬੰਦੇ ਦੇ ਕੰਮ ਹੋਣ ਲੱਗ ਪਏ ਤਾਂ ਮੇਰਾ ਸ਼ਾਇਦ ਨਾਮ ਪਰ ਨਾ ਆਵੇ, ਉਹ ਇਸ ਕਰਕੇ ਉਹ ਧੱਕਾ ਕਰਦੇ। ਦੂਸਰੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਹੁਣ ਸਾਡਾ ਜਿਹੜਾ ਵਿਜ਼ਨ ਹੈ ਆਉਣ ਵਾਲੇ 12 ਨੰਬਰ ਵਾਰਡ ਵਾਸਤੇ, ਗਲੀਆਂ ਨਾਲੀ ਤੋਂ ਉੱਪਰ ਉੱਠ ਕੇ ਆਪਾਂ ਕੁਝ ਕੰਮ ਕਰਨਾ ਚਾਹੁੰਦੇ। ਉਹਦੇ 'ਚ ਕੰਮ ਕਿਹਾ ਗਿਆ, ਇੱਕ ਤਾਂ ਸਭ ਤੋਂ ਵੱਡਾ ਜਿਹੜਾ ਉੱਥੇ ਪਾਰਕ ਦੀ ਵਿਵਸਥਾ ਕਰਾਉਣ ਦਾ ਹੈਗਾ। ਫਾਰਮੇਸੀ ਕਾਲਜ ਦੇ ਰੋਡ ਦੇ ਨਾਲ ਨਾਲ NFL ਦੀ ਜਗ੍ਹਾ ਹੈ, ਉਹ ਅਸੀਂ NFL ਦੇ ਨਾਲ ਮਿਲ ਕੇ ਹੈੱਡ ਆਫਿਸ ਤੋਂ ਉਹਨਾਂ ਦੇ ਜੋਦਾਂ ਵੀ ਪਰਮਿਸ਼ਨ ਮਿਲਿਆ ਸਾਨੂੰ ਲੈ ਕੇ ਅਸੀਂ ਉੱਥੇ ਇੱਕ ਪਾਰਕ ਬਣਾਉਣਾ, ਉਹ ਸਾਡੇ ਮਨ ਦੀ ਤਮੰਨਾ। ਦੂਸਰੀ, ਇੱਕ ਜਿਹੜਾ ਬਾਬੋਦ ਤੋਂ ਲੈ ਕੇ ਸ਼ਿਵਾਲੇ ਕਾਲਜ ਤੱਕ ਦਾ ਰਸਤਾ ਜਿਹੜਾ ਉਹ ਬੜਾ ਸੁਨਸਾਨ ਹੈ, ਬੜੇ ਰਾਤ ਨੂੰ ਉੱਥੇ ਥੈਫਟ ਵੀ ਹੁੰਦੀ ਆ, ਕੁੱਟਮਾਰ ਵੀ ਕਰਦੇ ਆ। ਇੱਕ ਸਾਨੂੰ ਇਹ ਲੱਗਦਾ ਜੇ ਉਹ ਰਸਤੇ ਦੇ ਵਿੱਚ ਇੱਕ ਆਪਾਂ ਵਧੀਆ ਜੰਝ ਘਰ ਬਣਾ ਦਈਏ ਤਾਂ ਕਿ ਸਾਡੇ ਇਸ ਇਲਾਕੇ ਨੂੰ ਸਹੂਲਤ ਹੋ ਜਾਏ, ਕਿਉਂਕਿ ਜਿਹੜਾ ਸਾਡੇ ਉਹ ਜਿਹੜਾ ਉੱਥੇ ਪਾਰਕਿੰਗ ਵਧੀਆ ਹੋ ਸਕਦੀ, ਉੱਥੇ ਜਗ੍ਹਾ ਵੀ ਕਾਫੀ ਹੈ, ਔਰ ਨਾਲੇ ਸੁਨਸਾਨ ਤੋਂ ਵੀ ਬਚਿਆ ਜਾ ਸਕਦਾ। ਜਿਹੜਾ ਸਾਡਾ ਪਹਿਲਾ ਜੰਝ ਘਰ ਹੈ ਬਣਿਆ ਉਹ ਇੱਕ ਬਹੁਤ ਛੋਟਾ ਜਿਹਾ ਜਿਹੜਾ, ਉੱਥੇ ਨਾ ਕੋਈ ਪਾਰਕਿੰਗ ਦੀ ਵਿਵਸਥਾ ਹੈ, ਉਹ ਬਿਲਕੁਲ ਪਿੰਡ ਦੇ ਵਿੱਚ ਹੈ। ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਉੱਥੇ ਲੜਾਈ ਝਗੜੇ ਹੁੰਦੇ, ਕਿ ਲੋਕੀ ਸ਼ਰਾਬ ਵੀ ਪੀਂਦੇ ਹੈ, ਔਰ ਉਹ ਜਿਹੜੀ ਪਾਰਕਿੰਗ ਹੈ ਉਹ ਸੜਕਾਂ 'ਚ ਹੋ ਜਾਂਦੀ, ਉਹ ਸੜਕ 'ਤੇ ਨਿਕਲਣਾ ਕਿਸੇ ਲੇਡੀ ਦਾ ਔਖਾ ਹੋ ਜਾਂਦਾ, ਜਾਂ ਮਤਲਬ ਕੋਈ ਬਿਮਾਰ ਹੈ ਉਹਦੀ ਆਪਣੀ ਗੱਡੀ ਨਹੀਂ ਨਿਕਲ ਸਕਦੀ। ਇਸ ਕਰਕੇ ਉਹ ਲੋਕ ਉੱਥੇ ਦੇ ਦੁਖੀ ਹੈ ਵੀ ਇਸ ਜੰਝ ਘਰ ਨੂੰ ਜਿਹੜੇ ਬਾਹਰ ਦੇ ਵਿਅਕਤੀਆਂ ਵਾਸਤੇ ਉਹਨੂੰ ਬੰਦ ਕਰਾਇਆ ਜਾਵੇ। ਔਰ ਜਿਹੜੇ ਸਾਡੇ ਇੱਥੇ ਦੇ ਲੋਕ ਵਸਨੀਕ ਹੈ ਉਹ ਐਕਚੁਅਲੀ ਇੱਕ ਧਰਮਸ਼ਾਲਾ, ਜਿਸ ਤਰ੍ਹਾਂ ਪਿੰਡ 'ਚ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਇੱਕ ਡੇਰਾ ਟਾਈਪ ਬਣਾਇਆ ਹੋਇਆ ਸੀ, ਲੇਕਿਨ ਉਹਨੂੰ ਇੱਕ ਜੰਝ ਘਰ ਦਾ ਨਾਮ ਦੇ ਦਿੱਤਾ ਗਿਆ। ਉਹ ਅਸੀਂ ਇਹ ਵੀ ਵਾਰਡ ਵਾਸੀਆਂ ਨੂੰ ਇੱਕ ਤੋਹਫਾ ਦੇਣਾ ਚਾਹੁੰਦੇ ਵੀ ਆਉਣ ਵਾਲੇ ਸਮੇਂ 'ਚ ਜਾਂ ਤਾਂ ਉਹ ਫ੍ਰੀ ਕੀਤਾ ਜਾਊਗਾ ਜਾਂ ਜੋ ਨੋਮੀਨਲ ਚਾਰਜ ਹੈ 2-2.5 ਹਜ਼ਾਰ ਰੁਪਇਆ ਉਹ ਜਿਹੜਾ ਉਹ ਕਰਾਇਆ ਜਾਊਗਾ, ਤਾਂ ਜੋ ਮਤਲਬ ਜਿਹੜੀ ਉੱਥੇ ਦਾ ਵਿਕਾਸ ਹੋ ਸਕੇ। ਇੱਕ ਜਿਹੜੀ ਹੋਰ ਹੈ, ਜਿਹੜੀ ਗਾਇਤਰੀ ਮੈਡੀਕਲ ਸਟੋਰ ਤੋਂ ਲੈ ਕੇ ਚੱਕੀ ਮੋੜ ਤੱਕ ਦੀ ਸੜਕ ਹੈ, ਉਹ ਸਾਡੇ ਵਾਰਡ ਦੀ ਆਊਟਰ ਸੜਕ ਹੈ। ਉੱਥੇ ਸਾਡੀ ਜਿਹੜੀ ਐਂਟਰੀ ਪੁਆਇੰਟ ਵੀ ਹੈ, ਐਗਜ਼ਿਟ ਪੁਆਇੰਟ ਵੀ ਹੈ। ਉਹ ਜਦੋਂ ਉੱਥੋਂ ਆਉਂਦਾ ਉਹ ਸੜਕ ਜਿਹੜੀ PWD ਦੀ ਹੈ, ਪਿਛਲੇ ਸਮੇਂ ਦੌਰਾਨ ਮੈਂ ਕੁਝ ਕੋਰਸਪੋਂਡੈਂਸ ਕਰੀਆਂ ਸੀਗੀਆਂ, ਉਹ ਜਲਦੀ ਕੰਮ ਹੋ ਜਾਣਾ ਸੀਗਾ, ਲੇਕਿਨ ਸਰਕਾਰ ਬਦਲਣ ਕਰਕੇ ਕੰਮ ਰਹਿ ਗਿਆ। ਮੇਰੀ ਜਿਹੜੀ ਪ੍ਰਾਇਰਟੀ ਹੈ ਵੀ ਉਹ ਗਾਇਤਰੀ ਮੈਡੀਕਲ ਸਟੋਰ ਤੋਂ ਲੈ ਕੇ ਜਿਹੜੀ ਸੜਕ ਹੈ, ਉਹ ਅਸੀਂ ਸੜਕ ਜਿਹੜੀ ਆ ਮਿਊਨਿਸਪੈਲਿਟੀ ਨੂੰ ਹੈਂਡ ਓਵਰ ਕਰਕੇ ਉਹਦੀ ਜਿਹੜੀ ਦੇਖ ਰੇਖ ਆਪ ਕਰੇ, ਤਾਂ ਜੋ ਜਿਹੜੀ ਸੜਕ ਹਰ ਵੇਲੇ ਟੁੱਟੀ ਰਹਿੰਦੀ। ਹਰ ਵੇਲੇ ਅੱਜ ਦੇ ਹਾਲਾਤ ਦੇਖੋ ਬੜੀ ਮਾੜੇ। ਡਾਕਟਰ ਸਾਹਿਬ, ਇਸ ਵਾਰ ਤੁਸੀਂ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਇਲੈਕਸ਼ਨ ਲੜਨ ਜਾ ਰਹੇ ਹੋ। ਨੰਗਲ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਤੋਂ ਪਹਿਲਾਂ ਕੁਝ ਸੀਟਾਂ ਅਕਾਲੀ ਦਲ ਲੜਦਾ ਸੀ, ਕੁਝ BJP ਲੜਦੇ ਸੀ, ਤੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਹੈਗੀ ਆ, ਅਕਾਲੀ ਦਲ ਵੀ ਹੋ ਗਿਆ, ਤੇ ਕੰਪੀਟੀਸ਼ਨ ਕਿੰਨਾ ਟਫ ਹੋ ਗਿਆ ਤੁਹਾਡੇ ਲਈ? ਇਹ ਕੰਪੀਟੀਸ਼ਨ ਕੋਈ ਟਫ ਨਹੀਂ ਹੈ, ਮੁਕਾਬਲਾ ਤਾਂ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨਾਲ ਹੀ ਹੈ। ਤੇ ਭਾਰਤੀ ਜਨਤਾ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਆਪਾਂ ਅਕਾਲੀ ਦਲ ਵਾਸਤੇ, ਬਿਲਕੁਲ ਸਾਡੀ ਨਵੀਂ ਪਾਰਟੀ ਹੈ। ਅਕਾਲੀ ਦਲ ਦਾ ਲੜਦੇ ਸੀਗੇ 19 ਵਾਰਡਾਂ 'ਚ 3 ਵਾਰਡ ਲੜਦੇ ਸੀ, ਹਾਲਾਤ ਤੁਹਾਨੂੰ ਪਤਾ ਹੀ ਹੈ। ਔਰ ਅਕਾਲੀ ਦਲ ਦਾ ਕੋਈ ਬਹੁਤਾ ਇੱਥੇ ਨੰਗਲ ਦੇ ਵਿੱਚ ਵਜੂਦ ਨਹੀਂ ਹੈਗਾ, ਤੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਹਰ ਵਾਰਡ ਦੇ ਵਿੱਚ ਕੈਡਰ ਹੈ। ਔਰ ਆਉਣ ਵਾਲੀ ਜਿਹੜੀ ਸਮਾਂ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੀ ਦੇਣਾ, ਇਹ ਸਾਨੂੰ ਮਤਲਬ ਆਸ ਹੈ।
ਔਰ ਮੈਂ ਇਹ ਆਸ ਕਰਦਾ ਹੋਇਆ ਸਾਰੇ ਵਾਰਡ ਇਹ ਜਿੱਤਣ ਦੀ ਇਹੀ ਕਾਮਨਾ ਵੀ ਕਰਦੇ ਆ। ਉਸ ਡਾਕਟਰ ਸਾਹਿਬ, ਇਸ ਵਾਰ ਕਿਸਾਨੀ ਮੁੱਦਾ ਕਾਫੀ ਚੱਲਿਆ ਹੋਇਆ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਇਲੈਕਸ਼ਨ ਉਤੇ ਕਿਸਾਨੀ ਮੁੱਦਾ ਹੈਵੀ ਰਹੇਗਾ? ਨਹੀਂ, ਦੇਖੋ ਜਿਹੜੀ ਕਿਸਾਨਾਂ ਦੀ ਗੱਲ ਹੈ, ਅਸੀਂ ਵੀ ਕਿਸਾਨਾਂ ਦੇ ਨਾਲ ਹੈ। ਸਰਕਾਰ ਬਾਰ-ਬਾਰ ਕਹਿ ਰਹੀ ਤੁਸੀਂ ਆ ਜਾਓ ਸਾਡੇ ਟੇਬਲ ਤੇ, ਤੁਸੀਂ ਇੱਕ ਫੋਨ ਤੇ ਅੱਜ ਵੀ ਪੇਪਰ 'ਚ ਲੱਗਿਆ ਵੀ ਇੱਕ ਫੋਨ ਤੇ ਤੁਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ। ਤੇ ਮੈਂ ਨਹੀਂ ਸਮਝਦਾ ਉਹਦੇ ਵਿੱਚ ਕੁਝ ਪੋਲੀਟੀਕਲ ਪਾਰਟੀਆਂ ਜਿਹੜੀ ਐਂਟਰ ਹੋ ਗਈਆਂ। ਜਦੋਂ ਵੀ ਕਿਸੇ ਅੰਦੋਲਨ ਦੇ ਵਿੱਚ ਕੋਈ ਗੈਰ ਸਮਾਜਿਕ ਤੱਤਵ ਜਾਂ ਕੋਈ ਪੋਲੀਟੀਕਲ ਪਾਰਟੀ ਦੀ ਐਂਟਰੀ ਹੋਈ ਤਾਂ ਉਹ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੇ। ਕਿਸਾਨ ਜਿਹੜੇ ਜਥੇਬੰਦੀਆਂ ਉਹ ਹੱਲ ਕਰਨਾ ਚਾਹੁੰਦੀਆਂ, ਪਰ ਬੈਕਡੋਰ ਤੇ ਐਂਟਰੀ ਤੁਸੀਂ ਵੀਡੀਓ 'ਚ ਦੇਖੋ ਕਿੰਨੇ ਖੁਲਾਸੇ ਹੋ ਰਹੇ ਵੀ ਕਾਂਗਰਸ ਪਾਰਟੀ ਕਿਆ ਕਰਿਆ ਕਰਦੀ, ਉਹ ਫਲਾਣੀ ਪਾਰਟੀ ਕਿਆ ਕਰਿਆ ਕਰਦੀ, ਕਿੱਥੋਂ ਫੰਡਿੰਗ ਆ ਰਹੀ, ਕਿਆ ਹੋ ਰਿਹਾ, ਸਾਰਾ ਕਰ ਰਿਹਾ। ਮੈਂ ਸਮਝਦਾ ਕਿਸਾਨ ਭਰਾਵਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਵੀ ਸਰਕਾਰ ਦੇ ਨਾਲ ਮਿਲ ਕੇ ਜੋ ਤੁਹਾਡੇ ਖਦਸ਼ੇ ਹੈ ਉਹ ਤੁਹਾਨੂੰ ਮਿਟਾ ਲੈਣੇ ਚਾਹੀਦੇ। ਜਿੱਥੇ ਜਿੱਥੇ ਤੁਹਾਨੂੰ ਕੋਈ ਲੱਗਦਾ ਵੀ ਇਹ ਕਿੰਤੂ ਪਰੰਤੂ ਹੈ, ਉਹ ਸਰਕਾਰ ਕਰਨ ਨੂੰ ਤਿਆਰ ਹੈ, ਇਹਦੇ 'ਚ ਕੋਈ ਹੋ ਨਹੀਂ। ਡਾਕਟਰ ਸਾਹਿਬ, ਇੱਕ ਕਾਂਗਰਸ ਪਾਰਟੀ ਦੀ ਗੱਲ ਕਰਦੇ ਆ ਤਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਵਿਕਾਸ ਸ਼ਹਿਰ ਵਿੱਚ ਬਹੁਤ ਹੋ ਗਿਆ ਹੈ ਤੇ ਹਰ ਇੱਕ ਵਾਰਡ ਦੇ ਵਿੱਚ ਓਪਨ ਜਿਮ ਵੀ ਖੋਲ੍ਹ ਦਿੱਤੇ ਗਏ ਹੈ। ਦੋ ਜਿਮ ਇੱਕ ਵਾਰਡ ਦੇ ਵਿੱਚ ਖੋਲ੍ਹ ਦਿੱਤੇ ਗਏ ਹੈ। ਤੁਸੀਂ ਮੰਨਦੇ ਹੋ ਇਸ ਨੂੰ ਵਿਕਾਸ ਹੈ? ਐਜ਼ ਏ ਡਾਕਟਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਜਿਵੇਂ ਜਿਮ ਖੁੱਲ੍ਹੇ ਆ ਪ੍ਰੋਪਰ, ਉੱਥੇ ਟ੍ਰੇਨਰ ਵਗੈਰਾ ਫਿਲਹਾਲ ਕੋਈ ਨਹੀਂ ਤੈਨਾਤ ਕੀਤਾ ਗਿਆ, ਕਿੰਨਾ ਠੀਕ ਹੈ ਕਿੰਨਾ ਗਲਤ? ਦੇਖੋ ਜਿਹੜੀ ਜਿਮ ਹੈ ਉਹ ਸਾਰੇ ਦੀ ਜ਼ਰੂਰਤ ਵੀ ਹੈਗੀ। ਜਿਮ ਦੇ ਨਾਲ ਇੱਕ ਬੱਚਿਆਂ ਦੀ ਜਾਂ ਉਸ ਔਰਤ ਜਨਾਨੀਆਂ ਦੀ ਗੱਲ ਹੋ ਜਾਂ ਬੰਦਿਆਂ ਦੀ ਗੱਲ ਹੋ, ਸਾਰਿਆਂ ਦੀ ਜਿਹੜੀ ਹੈ ਉਹ ਫਿਟਨੈਸ ਹੋਣਾ ਜ਼ਰੂਰੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਤੁਸੀਂ ਕੋਈ ਕੰਮ ਕਰਦੇ ਹੈ, ਮੰਨ ਲਓ ਤੁਸੀਂ ਕੋਈ ਕੰਮ ਕਰ ਦਿੰਦੇ ਲੇਕਿਨ ਤੁਸੀਂ ਉਹਦਾ ਕੋਈ ਸਾਂਭ ਸੰਭਾਲ ਹੀ ਨਹੀਂ ਹੈਗੀ। ਜੇ ਤੁਸੀਂ ਓਪਨ ਜਿਮ ਤਾਂ ਖੋਲ੍ਹ ਦਿੱਤੀ, ਟ੍ਰੇਨਰ ਕੋਈ ਨਹੀਂ, ਦੱਸੋ ਕੀ ਫਾਇਦਾ ਉਹਦਾ? ਜੇ ਤੁਸੀਂ ਓਪਨ ਜਿਮ ਖੋਲ੍ਹਣੀ ਹੈ ਖੋਲ੍ਹੋ, ਜੇ ਜ਼ਰੂਰਤ ਹੈ, ਜੇ ਜਗ੍ਹਾ ਸੂਟੇਬਲ ਹੈ। ਜੇ ਉੱਥੇ ਤੁਸੀਂ ਟ੍ਰੇਨਰ ਕੋਈ ਰੱਖਣਾ ਹੀ ਨਹੀਂ ਹੈਗਾ, ਉਸ ਜਿਮ ਦਾ ਸਿਰ ਤੁਸੀਂ ਪੈਸੇ ਖਾਣ ਦਾ ਬਹਾਨਾ, ਉਹ ਡਰਾਮਾ ਕੁਝ ਨਹੀਂ ਹੈਗਾ। ਮਿਊਨਿਸਪੈਲਿਟੀ ਦੀ ਇੱਕ ਕਹਾਵਤ ਹੈ, ਮਿਊਨਿਸਪੈਲਿਟੀ ਨੇ ਤੁਸੀਂ ਕੰਮ ਜੋ ਮਰਜ਼ੀ ਕਰਾ ਲਓ ਲੇਕਿਨ ਉਹ ਬਾਅਦ 'ਚ ਤੁਸੀਂ ਚਾਹੇ ਟਾਇਲਟ ਬਣਾ ਲਓ, ਚਾਹੇ ਉੱਥੇ ਗੰਦ ਪੈਣ ਟੁੱਟਿਆ ਰਹਿਣਾ, ਸਾਰਾ ਕੁਝ ਉਹਦੇ 'ਚ ਕੋਈ ਮੇਨਟੇਨੈਂਸ ਨਹੀਂ, ਨਾ ਕੋਈ ਕੇਅਰ ਟੇਕਰ ਹੈ, ਨਾ ਕੁਝ ਨਹੀਂ ਹੈਗਾ। ਸੋ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੇ ਮਿਊਨਿਸਪੈਲਿਟੀ ਇਦਾਂ ਦਾ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਪ੍ਰੋਪਰ ਉਹਦੇ ਨਾਲ ਜੋ ਵੀ ਹੈ ਜਦੋਂ ਤੁਸੀਂ ਕੋਈ ਐਸਟੀਮੇਟ ਬਣਾਉਂਦੇ ਆ ਉਦੋਂ ਬਣਾਉਣ ਤੋਂ ਪਹਿਲਾਂ ਨਾਲ ਐਸਟੀਮੇਟ ਇੱਕ ਕੇਅਰ ਟੇਕਰ ਦਾ ਵੀ ਐਸਟੀਮੇਟ ਬਣਾਓ ਨਾਲ, ਜੋ ਵੀ ਹੈਗਾ ਵੀ ਉਹਨੂੰ ਕੇਅਰ ਟੇਕਰ ਕਰਨਾ ਜਾਂ ਕੋਈ ਟ੍ਰੇਨਰ ਹੋਣਾ ਚਾਹੀਦਾ ਇਸ ਤਰ੍ਹਾਂ ਦਾ, ਤਾਂ ਜੋ ਕਿਉਂਕਿ ਜਿਹੜੀ ਜਿਮ ਹੈ ਉਹ ਵੀ ਉਹਦੇ ਸਰੀਰ ਦੇ ਹਿਸਾਬ ਨਾਲ, ਉਹਦੀ ਏਜ ਦੇ ਹਿਸਾਬ ਨਾਲ ਕਿਹੜੀ ਕਰਨੀ ਕਿਹੜੀ ਨਹੀਂ ਕਰਨੀ। ਹੁਣ ਮੈਂ ਜਾ ਕੇ ਉੱਥੇ ਜਾ ਕੇ ਇਹਦੀ ਨੀਂਦ ਹੀ ਕਰੀ ਜਾਵਾਂ ਤੇ ਮੇਰੇ ਜਾ ਕੇ ਗੋਡੇ ਖੜ ਜਾਣ ਜਾ ਕੇ, ਇਹ ਵੀ ਗੱਲ ਗਲਤ ਹੈ ਨਾ। ਸੋ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਉੱਥੇ ਐਕਚੁਅਲੀ ਤੁਹਾਨੂੰ ਪਤਾ ਕਰਪਸ਼ਨ ਦਾ ਅੱਡਾ ਹੈ, ਉਹਨਾਂ ਨੂੰ ਤਾਂ ਪੈਸੇ ਚਾਹੀਦੇ, ਮੇਨਟੇਨੈਂਸ ਦਾ ਕੋਈ ਕੰਮ ਨਹੀਂ ਉਹਨਾਂ ਨੇ ਕਰਨਾ, ਜਿੱਥੋਂ ਪੈਸੇ ਦੇਣਾ ਉਹਨਾਂ ਨੇ ਕਰਨਾ ਬਸ। ਡਾਕਟਰ ਸਾਹਿਬ, ਚੱਲਦੇ ਨੰਗਲ ਦੇ ਵਿੱਚ ਕਿਹੜੀ ਸੀਟਾਂ ਸਭ ਤੋਂ ਜ਼ਿਆਦਾ ਹੋਟ ਰਹਿਣ ਵਾਲੀਆਂ ਨੇ? ਸਾਰੀਆਂ ਹੋਟ ਹੈ ਕਿਉਂਕਿ ਇਲੈਕਸ਼ਨ ਜਿਹੜਾ ਇੱਕ ਇੱਦਾਂ ਦਾ ਹੁੰਦਾ ਜਦੋਂ ਤੱਕ ਵੋਟ ਨਹੀਂ ਪੋਲ ਹੋ ਜਾਂਦੀ ਉਦੋਂ ਤੱਕ ਸਾਰੀਆਂ ਹੋਟ ਹੈ। ਉਹ ਮੈਂ ਤਾਂ ਸਮਝਦਾ ਮੇਰੀ ਸਭ ਤੋਂ ਹੋਟ ਹੋਊਗੀ ਕਿਉਂਕਿ ਮੇਰੇ ਵਾਸਤੇ ਨਵਾਂ ਏਰੀਆ, ਔਰ ਮੈਂ ਇਹ ਵੀ ਸਮਝਦਾ ਮੇਰੇ ਵਾਸਤੇ ਸਭ ਤੋਂ ਸੌਖਾ ਇਸ ਕਰਕੇ ਕਹਿੰਦਾ ਕਿਉਂਕਿ ਉੱਥੋਂ ਦੇ ਜਿਹੜੇ ਪਾਰਸ਼ਦ ਪਹਿਲਾਂ ਹੈਗੇ ਆ ਉਹਨਾਂ ਦੇ ਜੇ ਕੰਮ ਹੋਏ ਹੁੰਦੇ ਤਾਂ ਮੈਂ ਤੁਹਾਨੂੰ ਜਿਹੜੇ ਕੰਮ ਪਹਿਲਾਂ ਗਣਾਏ ਹੋਏ ਨਹੀਂ ਹੈਗੇ। ਔਰ ਲੋਕ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਥੇ ਦੇ ਮੇਨ ਪਿਲਰ ਹੈ ਉਹਦੇ ਕਹਿ ਰਹੇ ਵੀ ਕੰਮ ਨਹੀਂ ਹੋਇਆ ਕੋਈ, ਲੇਕਿਨ ਕਾਂਗਰਸ ਦੇ ਜਿਹੜੇ ਉਹਨਾਂ ਦੇ ਖੁਦ ਦੇ ਪਿਲਰ ਵਰਕਰ ਹੈ ਉਹ ਮੇਰੇ ਨਾਲ ਹੈ, ਉਹ ਇਹ ਗੱਲ ਕਹਿ ਰਹੇ ਵੀ ਇੱਥੇ ਤਾਂ ਕੰਮ ਹੀ ਨਹੀਂ ਕੋਈ ਹੈ। ਸੋ ਰੇਲਵੇ ਰੋਡ ਬਰਾਰੀ ਔਰ ਜਿਹੜਾ ਅੱਡਾ ਮਾਰਕੀਟ ਦਾ ਕੁਝ ਪਾਰਟਸ ਹੈ ਉਹਨਾਂ ਲੋਕਾਂ ਨੇ ਮਨ ਬਣਾਇਆ ਹੋਇਆ ਇਸ ਪਾਰਸ਼ਦ ਨੂੰ ਵੀ ਚੱਲਦਾ ਕਰੇ, ਕਿਉਂਕਿ ਸਾਰੀ ਸ਼ਰੀਫੀ ਨਾਲ ਕੰਮ ਨਹੀਂ ਹੁੰਦਾ। ਜੇ ਤੁਸੀਂ ਕੋਈ ਕੰਮ ਕਰਾਉਣਾ ਤੁਹਾਨੂੰ ਉਹਦੇ ਪ੍ਰੋਪਰ ਉਹਦੇ ਨਾਲ ਤੁਹਾਨੂੰ ਅੱਗੇ ਪਿੱਛੇ ਕਰਨਾ ਪੈਣਾ, ਉਹਨੂੰ ਪ੍ਰੋਪਰ ਪਰਸਿਊ ਕਰਨਾ ਪੈਣਾ। ਜੇ ਤੁਸੀਂ ਕੰਮ ਹੀ ਨਹੀਂ ਕਰੇ, ਇੱਕ ਵਾਰੀ ਕਹਿ ਦਿੱਤਾ ਹਾਂ ਜੀ ਕੰਮ ਕਰ ਦਿਓ, ਮੁੜ ਕੇ ਤੁਸੀਂ ਪੁੱਛਿਆ ਹੀ ਨਹੀਂ ਕੀਤਾ, ਕੁਝ ਨਹੀਂ ਹੁੰਦਾ। ਸੋ ਮਿਊਨਿਸਪੈਲਿਟੀ ਹੈ ਉਹ ਇਸ ਤਰ੍ਹਾਂ ਦੀ, ਜਦ ਤੱਕ ਬੱਚਾ ਬਾਰ-ਬਾਰ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ, ਇਸ ਤਰ੍ਹਾਂ ਦੀ ਮਿਊਨਿਸਪੈਲਿਟੀ ਹੈ। ਸੋ ਇਸ ਕਰਕੇ ਆਸ ਹੈ ਵੀ ਰੇਲਵੇ ਰੋਡ ਦੇ ਲੋਕਾਂ ਨੇ ਮੈਨੂੰ ਭਾਰੀ ਮਤਾਂ ਨਾਲ ਜਿਤਾ ਕੇ ਨਗਰ ਕੌਂਸਲ ਦੇ ਵਿੱਚ ਭੇਜਣਾ ਔਰ ਮੈਂ ਉਹਨਾਂ ਦੀ ਸੇਵਾ ਕਰਨ ਵਾਸਤੇ ਇੱਥੇ ਹਾਜ਼ਰ ਹਾਂ। ਜੀ ਬਿਲਕੁਲ ਸਰ, ਤੁਹਾਡਾ ਪੰਜਾਬ ਟੀਵੀ ਨਾਲ ਗੱਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ ਬਿਲਕੁਲ, ਇਹ ਸੀਗਾ ਸਾਡੇ ਨਾਲ ਵਾਰਡ ਨੰਬਰ 14 ਤੋਂ ਡਾਕਟਰ ਰਜਿੰਦਰ ਕੁਮਾਰ, ਜਿਵੇਂ ਕਿ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਕਿਹਨਾਂ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜਨ ਜਾ ਰਹੇ ਨੇ ਤੇ ਕਿਹੜੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਵਾਰਡ ਵਾਸੀਆਂ ਨਾਲ ਮਿਲਣਗੇ ਤੇ ਆਪਣੀ ਜੋ ਜਿੱਤ ਹੈ ਉਹ ਯਕੀਨੀ ਬਣਾਉਣਗੇ। ਪਰ ਫਿਲਹਾਲ ਜੋ ਫਤਵਾ ਹੈ ਉਹ ਤਾਂ ਦੇਣਾ ਹੈ ਪਬਲਿਕ ਨੇ, ਤਾਂ ਆਉਣ ਵਾਲੀ 17 ਤਰੀਕ ਨੂੰ ਹੀ ਪਤਾ ਚੱਲੇਗਾ ਕਿ ਫਤਵਾ ਕਿਸ ਨੂੰ ਮਿਲਦਾ ਹੈ ਤੇ ਕੌਂਸਲ ਕਿਸ ਦੀ ਬਣਦੀ ਹੈ। ਫਿਲਹਾਲ ਅਗਲੇ ਐਮਸੀ ਨਾਲ ਫਿਰ ਮਿਲਾਂਗੇ, ਤਦ ਤੱਕ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਧੰਨਵਾਦ।